ਤੂੰ ਇੰਨੀ ਵੱਡੀ ਗਲਤੀ ਕੀਤੀ ਹੈ, ਅਸੀਂ ਤਾਂ ਸਾਡੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ ਜਾਂ ਕੋਈ ਕਮੀ ਨਹੀਂ ਸੀ ਛੱਡੀ। ਆਪਣੀਆਂ ਫੈਮਲੀਆਂ ਵਾਲੇ ਕਹਿ ਦਿੰਦੇ ਆ ਵੀ ਤੂੰ ਸਾਡੇ ਘਰੋਂ ਹੀ ਨਿਕਲ ਜਾ। ਸਾਡੇ ਲੜਕੇ ਨੇ ਇਹ ਗਲਤੀ ਕੀਤੀ ਜਾਂ ਸਾਡੀ ਲੜਕੀ ਨੇ ਇਹ ਗਲਤੀ ਕੀਤੀ ਆ, ਹੁਣ ਅਸੀਂ ਰਿਸ਼ਤੇਦਾਰਾਂ ਦੇ ਮੋਹਰੇ ਸਾਹਮਣੇ ਨਹੀਂ ਜਾ ਸਕਦੇ ਹੈਗੇ ਆ ਬਿਕਾਜ਼ ਉਹ ਸਾਨੂੰ ਬੁਰਾ ਭਲਾ ਕਹਿੰਦੇ ਆ। ਕ੍ਰਿਮੀਨਲ ਨੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਆ। ਰਿਸ਼ਤੇਦਾਰ ਵੀ ਇਹਨਾਂ ਤੋਂ ਦੂਰ ਭੱਜ ਜਾਂਦੇ ਆ। ਗੁਰਦੁਆਰੇ ਵੀ ਜਾਓਗੇ, ਕਿਸੇ ਫੈਮਿਲੀ ਇਵੈਂਟ ਤੇ ਵੀ ਜਾਓਗੇ, ਸਾਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਆ। ਇਹ ਸਾਡੇ ਫੈਮਿਲੀ ਦੇ ਉੱਤੇ ਧੱਬਾ ਲਾ ਚੁੱਕਿਆ ਹੈ ਤੇ ਇਸ ਕਰਕੇ ਅਸੀਂ ਉਹ ਤੋਂ ਦੂਰੀ ਬਣਾਉਂਦੇ ਆ। ਵੀ ਘਰ ਦੀ ਗੱਲ ਆ, ਘਰੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਹੈਗੀ ਆ। ਪੀਤੀ ਜਾ ਰਹੀ ਆ ਜਾਂ ਫਿਰ ਭੱਜ ਤੋੜ ਹੋ ਰਹੀ ਆ, ਲੜਾਈ ਹੋ ਰਹੀ ਆ, ਉਹਨਾਂ ਦਾ ਅਸਰ ਤੁਹਾਡੇ ਨਿਆਣੇ ਤੇ ਹੋ ਰਿਹਾ ਆ। ਜੇ ਕੋਈ ਨਸ਼ਾ ਕਰਦਾ ਆ ਉਹ ਛੱਡ ਸਕਦਾ ਆ, ਈਜ਼ੀ ਆ, ਇਹ ਸੌਖਾ ਨਹੀਂ ਹੁੰਦਾ ਆ। ਤੁਹਾਡੇ ਫਰੈਂਡਸ ਨੇ ਕਹਿਤਾ ਇਟਸ ਓਕੇ, ਕੋਈ ਗੱਲ ਨਹੀਂ, ਤੂੰ ਆ ਜਾ ਬਾਹਰ, ਘਰੋਂ ਭੱਜ ਕੇ ਆ। ਪੇਰੈਂਟਸ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਆਹ ਕੰਮ ਕਰਾਂਗੇ, ਉਹ ਕੰਮ ਕਰਾਂਗੇ। ਆਪਣਾ ਪੈਟਰਨ ਚੇਂਜ ਕਰਨ ਨੂੰ ਤਿਆਰ ਹੁੰਦੇ ਆ ਲੋਕ। ਮੋਸਟ ਆਫ ਦ ਟਾਈਮ ਲਾਈਕ 99% they will go back to crime cycle। ਹਾਂ, ਉਹ ਰੀਅਲਾਈਜ਼ ਕਰਦੇ ਆ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ। ਅਸੀਂ ਜਦੋਂ ਗਲਤੀਆਂ ਕਰ ਲੈਂਦੇ ਆ ਤੇ ਫਿਰ ਇਹ ਹੁੰਦਾ ਆ ਕਿ ਇਹਦੇ ਤੋਂ ਸਿੱਖਿਆ ਹਾਸਲ ਕਰ ਲਈਏ। ਕੁਝ ਤਾਂ ਸਿੱਖਦੇ ਆ ਜਦੋਂ ਕਿਤੇ ਗਲਤ ਹੋ ਜਾਂਦੇ ਆ, ਤੇ ਜੇ ਵਾਰ-ਵਾਰ ਗਲਤੀ ਦੁਹਰਾਈ ਜਾ ਰਹੀ ਹੈ, ਉਹ ਵੀ ਗਲਤੀ ਨਹੀਂ ਹੁੰਦੀ, ਫਿਰ ਸਾਡੀ ਆਦਤ ਬਣਦੀ ਜਾ ਰਹੀ ਹੈ। ਤੇ ਇਹ ਜਿਹੜਾ ਵਿਹਾਰ ਹੈ ਸਾਡਾ, ਉਹ ਆਪਣੇ ਆਪ ਨੂੰ ਤਾਂ ਤਸੱਲੀ, ਸਕੂਨ ਦੇਣ ਵਾਲਾ ਹੋ ਸਕਦਾ ਹੈ। ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ ਮਜ਼ਾ ਆਉਂਦਾ ਹੋ ਸਕਦਾ ਹੈ, ਤੇ ਕਿਉਂਕਿ ਉਹ ਆਦਤ ਬਣ ਗਈ ਹੈ ਤੇ ਅਸੀਂ ਇਹ ਵੀ ਸਵੀਕਾਰ ਕਰਨਾ ਭੁੱਲ ਜਾਂਦੇ ਹਾਂ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ। ਸਾਡੇ ਮੁਤਾਬਿਕ ਉਹ ਸਭ ਠੀਕ ਚੱਲ ਰਿਹਾ। ਹੁਣ ਇਹ ਤਾਂ ਹੋਈ ਸਾਡੀਆਂ ਗਲਤੀਆਂ। ਜੇ ਇਹ ਗਲਤੀ ਨਾ ਸਿਰਫ ਆਪਣੇ ਪੱਧਰ 'ਤੇ ਜਾਂ ਆਪਣੇ ਪਰਿਵਾਰ ਦੇ ਪੱਧਰ 'ਤੇ ਰਹਿ ਜਾਏ, ਉਸ ਤੋਂ ਬਾਹਰ ਜਾਵੇ, ਸਾਡੇ ਘਰ ਦੇ ਦਾਇਰੇ ਤੋਂ ਬਾਹਰ ਵੀ ਹੋ ਜਾਵੇ, ਤਾਂ ਫਿਰ ਉਹ ਸਮਾਜ ਦੇ ਵਿੱਚ ਅਜਿਹੇ ਅੰਸਰ ਪੈਦਾ ਕਰਦੀ ਹੈ ਜਿਹਦੇ ਨਾਲ ਅਸੀਂ ਜਦੋਂ ਅਪਰਾਧ ਦੀ ਦੁਨੀਆ ਦੀ ਗੱਲ ਕਰਦੇ ਹਾਂ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਿਉਂਕਿ ਅਪਰਾਧਕ ਤੌਰ ਦੇ ਉੱਤੇ ਫਿਰ ਗਲਤੀਆਂ ਜਿਹੜੀਆਂ ਨੇ, ਤੁਹਾਨੂੰ ਪਤਾ ਕਿ ਉਹਦੇ ਨਤੀਜੇ ਭੁਗਤਣੇ ਪੈਂਦੇ ਆ। ਉਹਦੇ ਵਾਸਤੇ ਇੱਕ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਵੀ ਕਰਨਾ ਪੈਂਦਾ। ਸੋ ਇਸੇ ਕਰਕੇ ਹੀ ਜੇਕਰ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਨੌਜਵਾਨਾਂ ਕੋਲੋਂ, ਯੰਗ ਐਡਲਟਸ ਕੋਲੋਂ, ਜਾਂ ਜਿਹੜੇ 18 ਸਾਲ ਦੀ ਉੱਪਰ ਤੋਂ ਉਮਰ ਦੇ ਹੈਗੇ ਨੇ, ਐਡਲਟਸ ਨੂੰ ਨਾਲ ਲੈ ਕੇ ਚੱਲਦੀਆਂ, ਉਹਨਾਂ ਕੋਲੋਂ ਅਜਿਹੀਆਂ ਗਲਤੀਆਂ ਹੁੰਦੀਆਂ ਨੇ ਜਿਹਦੇ ਵਾਸਤੇ ਅਸੀਂ ਇਹ ਤਾਂ ਸੋਚਦੇ ਹਾਂ ਕਿ ਮਾਫ਼ ਕਰ ਦੇਣਾ ਚਾਹੀਦਾ, ਪਰ ਕਿਉਂਕਿ ਉਹ ਇਸ ਹੱਦ ਤੱਕ ਕੁਝ ਗਲਤ ਕਰ ਚੁੱਕੇ, ਅਪਰਾਧਕ ਇੱਕ ਪ੍ਰਕਿਰਿਆ ਦੇ ਵਿੱਚ ਫਸ ਚੁੱਕੇ, ਤੇ ਫਿਰ ਉਹਨਾਂ ਨੂੰ ਇੱਕ ਮੌਕਾ ਸਿਸਟਮ ਵੱਲੋਂ ਦਿੱਤਾ ਜਾਂਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਕੋਸ਼ਿਸ਼ 'ਚ ਹਾਂ ਕਿ ਅਸੀਂ ਆਪਣੇ ਖਾਸ ਤੌਰ ਦੇ ਉੱਤੇ, ਮੈਂ ਯੰਗਸਟਰਸ ਨੂੰ ਫੋਕਸ ਕਰਕੇ ਚੱਲਣਾ ਚਾਹੁੰਦੀ ਹਾਂ। ਨੋ ਡਾਊਟ ਅਸੀਂ ਐਡਲਟਸ ਨੂੰ ਵੀ ਸ਼ਾਮਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਦੌਰਾਨ, ਕਿ ਜੇਕਰ ਉਹਨਾਂ ਕੋਲੋਂ ਕੁਝ ਅਜਿਹਾ ਕ੍ਰਾਈਮ ਹੋਇਆ ਜਿਹੜੀ ਕਿ ਇੱਕ ਕ੍ਰਿਮੀਨਲ ਐਕਟੀਵਿਟੀ ਹੋ ਸਕਦੀ ਹੈ, ਉਹ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹਦੇ ਬਾਰੇ ਗੱਲ ਕਰਾਂਗੇ। ਪਰ ਕੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਅਸੀਂ ਵਾਪਸ ਇਸ ਸਮਾਜ ਦਾ ਹਿੱਸਾ ਬਣਨ ਦਾ ਮੌਕਾ ਦਿੰਨੇ ਵੀ ਹਾਂ। ਸੋਚ ਕੇ ਵੇਖੋ, ਕਿਸੇ ਦੇ ਬਾਰੇ ਪਤਾ ਚੱਲੇ ਕਿ ਇਹਨੇ ਨਸ਼ਿਆਂ ਦੀ ਤਸਕਰੀ ਦੇ ਵਿੱਚ ਕੰਮ ਕੀਤਾ ਸੀਗਾ, ਉਹਨੂੰ ਸਜ਼ਾ ਹੋਈ, ਭੁਗਤਣੀ ਪਈ, ਪਰ ਉਸ ਤੋਂ ਬਾਅਦ ਸਮਾਜ ਉਹਦੇ ਵੱਲ ਕਿਸ ਨਜ਼ਰਾਂ ਨਾਲ ਵੇਖਦਾ? ਕੀ ਉਹਨੂੰ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮੌਕਾ ਮਿਲੂਗਾ ਕਿ ਉਹ, ਜਿਵੇਂ ਅਸੀਂ ਸਾਰੇ ਜਣੇ ਕੰਮਕਾਰ ਕਰਦੇ ਫਿਰਦੇ ਆ, ਉਹ ਕੰਮਕਾਰ ਕਰ ਸਕਦਾ ਹੋਵੇ? ਜਾਂ ਫਿਰ ਇਹੀ ਕਿ ਇਹਨੇ ਆਹ ਕੰਮ ਕੀਤਾ ਸੀ, ਦੇਖੋ ਇਹ ਹਰਕਤਾਂ ਇੱਦਾਂ ਦੀਆਂ, ਇਹਨਾਂ ਨੇ ਨਹੀਂ ਸੁਧਰਨਾ। ਉਹਨਾਂ ਨੂੰ ਸੁਧਰਨ ਦਾ ਮੌਕਾ ਨਾ ਦਿੱਤਾ ਜਾਵੇ ਤੇ ਉਹ ਦੁਬਾਰਾ ਉਹੀ ਕੰਮ ਕਰੀ ਜਾਣ ਕਿ ਮੈਨੂੰ ਕਿਹੜਾ ਕੋਈ ਐਕਸੈਪਟ ਕਰਦਾ। ਸੋ ਇਸ ਸੋਚ ਨੂੰ ਸਮਝ ਕੇ ਚੱਲਦਿਆਂ ਹੋਇਆਂ, ਸਹੀ ਰਾਹ ਦਿਖਾਉਂਦਿਆਂ ਹੋਇਆਂ, ਇੱਕ ਆਪਣੇ ਕੈਲਗਰੀ ਦੇ ਵਿੱਚ ਸੰਸਥਾ ਹੈ ਜਿਹੜੀ ਕੰਮ ਕਰਦੀ ਹੈ ਔਰ ਅਪਰਾਧ ਤੋਂ ਪਰੇ ਲਿਜਾਣ ਵਾਸਤੇ, ਉਹਨਾਂ ਦੀ ਜ਼ਿੰਦਗੀ ਬਹਾਲ ਕਰਨ ਵਾਸਤੇ ਤੇ ਆਪਣੇ ਭਾਈਚਾਰੇ ਤੇ ਸਮਾਜ ਨੂੰ ਮਜ਼ਬੂਤ ਬਣਾਉਣ ਵਾਸਤੇ ਕੰਮ ਕਰਦੀ ਹੈ। ਦਿਸ ਮੀਨਸ ਕਿ ਪ੍ਰੀਵੈਂਟਿੰਗ ਕ੍ਰਾਈਮ ਬਾਏ ਰੈਸਟੋਰਿੰਗ ਲਾਈਵਸ ਐਂਡ ਸਟਰੈਂਥਨਿੰਗ ਕਮਿਊਨਿਟੀਜ਼। ਇਹ ਆਰਗੇਨਾਈਜੇਸ਼ਨ ਹੈਗੀ ਹੈ ਆਪਣੇ ਕੈਲਗਰੀ ਜੌਨ ਹਾਵਰਡ ਸੁਸਾਇਟੀ। ਇੱਥੋਂ ਅੱਜ ਰਾਜਵੀਰ ਕੌਰ ਬੜੈਚ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਔਰ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਇਹ ਜਾਣਨ ਦੀ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਇੱਕ ਮੌਕਾ ਜਿਹੜਾ ਦਿੱਤਾ ਜਾਣਾ, ਰੀਟਰਾਈ ਕਰਨਾ ਔਰ ਉਹਨਾਂ ਨੂੰ ਇੱਕ ਮੌਕਾ ਪ੍ਰਦਾਨ ਕਰਨ 'ਤੇ ਕਿੰਨੀ ਸੋਹਣੀ ਪੋਜ਼ੀਟਿਵ ਚੇਂਜ ਆ ਸਕਦੀ ਹੈ ਕਿਸੇ ਦੇ ਬਿਹੇਵੀਅਰ ਦੇ ਵਿੱਚ, ਕਿਸੇ ਦੀ ਲਾਈਫ ਸਟਾਈਲ ਦੇ ਵਿੱਚ, ਕਿਸੇ ਦੀ ਥਾਟ ਪ੍ਰੋਸੈਸ ਦੇ ਵਿੱਚ।
ਰਾਜਵੀਰ ਨੂੰ ਆਪਣੇ ਨਾਲ ਸ਼ਾਮਲ ਕਰਦੇ ਹਾਂ। ਵੈਲਕਮ, ਗੁੱਡ ਆਫਟਰਨੂਨ। ਥੈਂਕ ਯੂ ਜੀ। ਕੀ ਹਾਲ ਹੈ ਤੁਹਾਡਾ? ਠੀਕ ਹੈ, ਥੈਂਕ ਯੂ ਜੀ ਫॉर ਹੈਵਿੰਗ ਅਸ ਹੇਅਰ। ਯੂ ਵੈਲਕਮ। ਤੁਹਾਡੀ ਆਰਗੇਨਾਈਜੇਸ਼ਨ ਸੋਹਣਾ ਕੰਮ ਕਰਦੀ ਹੈ। ਥੈਂਕ ਯੂ। ਸੋ ਇਹਦੇ ਬਾਰੇ ਦੱਸਣਾ ਚਾਹੋਗੇ ਥੋੜਾ ਜਿਹਾ? ਹਾਂਜੀ, ਮੈਨੂੰ ਕੈਲਗਰੀ ਜੌਨ ਹਾਵਰਡ ਸੁਸਾਇਟੀ ਦੇ ਨਾਲ ਕੰਮ ਕਰਦਿਆਂ 9 ਸਾਲ ਹੋ ਗਏ ਨੇ, ਪਰ ਇਹ ਸੰਸਥਾ ਐਕਚੁਅਲੀ 75 ਸਾਲਾਂ ਤੋਂ ਕੈਲਗਰੀ ਦੇ ਵਿੱਚ ਇਹ ਕੰਮ ਕਰ ਰਹੀ ਹੈ। ਸਾਡਾ ਮੁੱਖ ਮੁੱਦਾ ਇਹੀ ਹੁੰਦਾ ਆ ਰੈਕਗਨਾਈਜ਼ ਕਰਨਾ ਕਿ ਜਿਹੜੇ ਲੋਕ ਅਪਰਾਧ ਕਰਦੇ ਨੇ ਉਹਨਾਂ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਆ। ਗਲਤੀਆਂ ਹਰੇਕ ਇਨਸਾਨ ਕੋਲੇ ਹੋ ਸਕਦੀਆਂ ਨੇ, ਪਰ ਜੇ ਅਸੀਂ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਆ, ਆਪਣੀ ਸੁਸਾਇਟੀ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਆ, ਤਾਂ ਉਹ ਗਲਤੀਆਂ ਦੁਬਾਰੇ ਕਰੂਗੇ। ਸਾਡਾ ਮੁੱਖ ਮੁੱਦਾ ਇਹ ਵੀ ਹੈਗਾ ਆ ਕਿ ਪਬਲਿਕ ਸੇਫਟੀ ਬਹੁਤ ਜ਼ਰੂਰੀ ਆ। ਜੇ ਅਸੀਂ ਸਹੀ ਤਰ੍ਹਾਂ ਦੇ ਸਪੋਰਟਸ, ਸਹੀ ਤਰ੍ਹਾਂ ਦੇ ਇੰਟਰਵੈਂਸ਼ਨਸ ਅਸੀਂ ਸ਼ਾਮਿਲ ਕਰਦੇ ਆ ਇਸ ਦੁਨੀਆ ਦੇ ਵਿੱਚ, ਯੂਥ ਦੇ ਨਾਲ, ਐਡਲਟਸ ਦੇ ਨਾਲ, ਅਸੀਂ ਉਹਨਾਂ ਨੂੰ ਇੱਕ ਮੌਕਾ ਦੇ ਸਕਦੇ ਹਾਂ ਵੀ ਉਹ ਦੁਬਾਰਾ ਫਿਰ ਇਸ ਸਮਾਜ ਦੇ ਵਿੱਚ ਸ਼ਾਮਿਲ ਹੋਣ, ਆਪਣਾ ਵਧੀਆ ਜ਼ਿੰਦਗੀ ਬਹਾਲ ਕਰ ਸਕਣ, ਉਹਨਾਂ ਕੋਲ ਫੈਮਿਲੀ ਸਪੋਰਟ ਹੋਵੇ, ਜੌਬਸ ਹੋਣ, ਉਹ ਫਿਰ ਸੁਸਾਇਟੀ 'ਚ ਕੰਟਰੀਬਿਊਟ ਕਰ ਸਕਦੇ ਵਾਪਸ। ਆਪਣੀ ਲਾਈਫ ਜਿਹੜੀ ਹੈ ਆਪਣੀ ਫੈਮਿਲੀ ਦੇ ਨਾਲ ਲੀਡ ਕਰਨ ਦਾ ਮੌਕਾ ਮਿਲ ਸਕਦਾ ਉਹਨਾਂ ਨੂੰ। ਨਹੀਂ ਤਾਂ ਅਸੀਂ ਇਹੀ ਬਸ ਉਹਨਾਂ 'ਤੇ ਲੇਬਲ ਲਾ ਦਿੰਦੇ ਹਾਂ, ਇਹ ਕ੍ਰਿਮੀਨਲ ਨੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਆ, ਰਿਸ਼ਤੇਦਾਰ ਵੀ ਇਹਨਾਂ ਤੋਂ ਦੂਰ ਭੱਜ ਜਾਂਦੇ ਆ। ਕਿੱਦਾਂ ਦੇ ਤੁਹਾਨੂੰ ਐਕਸਪੀਰੀਐਂਸਿਸ ਜਿਹੜੇ ਤੁਹਾਡੇ ਕੋਲ ਹੁੰਦੇ ਨੇ, ਲੋਕ ਆਉਂਦੇ ਆ ਹੈਲਪ ਵਾਸਤੇ, ਸਪੋਰਟ ਤੁਸੀਂ ਉਹਨਾਂ ਨੂੰ ਦਿੰਦੇ ਹੋ, ਕਿੱਦਾਂ ਦੇ ਐਕਸਪੀਰੀਐਂਸਿਸ ਸ਼ੇਅਰ ਕਰਦੇ ਆ ਉਹ? ਮੈਂ ਆਪਣੇ ਤੋਂ ਸਟਾਰਟ ਕਰਦੀ ਹਾਂ। ਮੇਰੇ ਆਪਣੇ ਫੈਮਿਲੀ ਦੇ ਵਿੱਚ ਇੱਕ ਫੈਮਿਲੀ ਮੈਂਬਰ ਹੈਗੇ ਆ ਜਿਹੜੇ ਇਨਵੋਲਵਡ ਸੀਗੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ। ਉਸ ਦੇ ਤਰੀਕੇ ਦੇ ਨਾਲ ਆਈ ਥਿੰਕ ਈਵਨ ਐਜ਼ ਅ ਫੈਮਿਲੀ ਮੈਂਬਰ ਮੇਰੇ ਲਈ ਬਹੁਤ ਡਿਫਿਕਲਟ ਸੀਗਾ, ਬਿਕਾਜ਼ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਆ ਉੱਥੇ ਸਟਿਗਮਾ ਬਹੁਤ ਆ। ਜਦੋਂ ਇੱਕ ਵਾਰੀ ਇੱਕ ਇਨਸਾਨ ਗਲਤੀ ਕਰਦਾ ਹੈ, ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ, ਪੂਰੇ ਪਰਿਵਾਰ ਨੂੰ ਉਹਦਾ ਆਨਸਰ ਦੇਣਾ ਪੈਂਦਾ ਆ ਵੀ ਤੁਹਾਡੇ ਫੈਮਿਲੀ ਮੈਂਬਰ ਨੇ ਇਹ ਕੀਤਾ, ਕਿਉਂ ਕੀਤਾ, ਤੁਹਾਨੂੰ ਪਤਾ ਸੀਗਾ, ਤੁਹਾਨੂੰ ਕੀ ਨਹੀਂ ਪਤਾ ਸੀਗਾ। ਸੋ ਉਸ ਕਰਕੇ ਕਈ ਵਾਰੀ ਕਈ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਡਰ ਵੀ ਜਾਂਦੇ ਆ ਵੀ ਹੁਣ ਸਾਨੂੰ ਜਦੋਂ ਅਸੀਂ ਗੁਰਦੁਆਰੇ ਵੀ ਜਾਊਂਗੇ, ਕਿਸੇ ਫੈਮਿਲੀ ਇਵੈਂਟ 'ਤੇ ਵੀ ਜਾਊਂਗੇ, ਸਾਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਆ, ਸਾਨੂੰ ਜੱਜ ਕੀਤਾ ਜਾਂਦਾ ਆ। ਉਹ ਸਟਿਗਮੇ ਦੇ ਨਾਲ ਉਹ ਆਲਵੇਜ਼ ਡਰ ਕੇ ਰਹਿੰਦੇ ਆ। ਈਵਨ ਫॉर ਅਸ ਸਾਨੂੰ ਬਹੁਤ ਇੱਦਾਂ ਫੀਲ ਹੋਇਆ ਵੀ ਅਸੀਂ ਆਈਸੋਲੇਟ ਹੋ ਜਾਣਾ ਆਪਣੇ ਆਪ ਦੇ ਵਿੱਚ, ਬਿਕਾਜ਼ ਜੇ ਅਸੀਂ ਕਿਤੇ ਜਾਂਦੇ ਵੀ ਸੀਗੇ ਸਾਨੂੰ ਕੁਐਸਚਨ ਪੁੱਛੇ ਜਾਣਗੇ, ਉਹ ਕੀ ਕਹਿਣਗੇ ਸਾਡੇ ਬਾਰੇ, ਸਾਨੂੰ ਜੱਜ ਕਰ ਰਹੇ ਹਨ। ਠੀਕ ਹੈ। ਇਹੀ ਸਭ ਕੁਛ ਐਕਸਪੀਰੀਅੰਸ ਜਿਹੜੇ ਹੋਰ ਵੀ ਲੋਕ ਹੁੰਦੇ ਆ ਉਹਨਾਂ ਦੇ ਵੀ ਹੁੰਦੇ ਆ, ਬਿਕਾਜ਼ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਆ ਬਿਕਾਜ਼ ਅਪਰਾਧ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਆ ਵੀ ਜੇ ਕੋਈ ਗਲਤੀ ਕਰਦਾ ਆ, ਇਹਨੇ ਕਿਸੇ ਨੂੰ ਹਰਟ ਕੀਤਾ ਆ ਜਾਂ ਇਹਨੇ ਕਿਸੇ ਦੇ ਨਾਲ ਧੋਖਾ ਕੀਤਾ ਆ, ਵੀ ਇਹ ਵਧੀਆ ਇਨਸਾਨ ਨਹੀਂ ਆ। ਫੋਕਸ ਸਿਰਫ ਉਸ 'ਤੇ ਰਹਿ ਜਾਂਦਾ ਆ, ਜਿਹੜਾ ਉਹਦੀ ਪੁਰਾਣੀ ਹਿਸਟਰੀ ਹੁੰਦੀ ਆ ਜਾਂ ਉਹਨੇ ਕਿਉਂ ਕੀਤਾ, ਕੀ ਕਾਰਨ ਸੀ ਇਸ ਕੰਮ ਦੇ ਵਿੱਚ ਆਉਣ ਨੂੰ, ਉੱਤੇ ਫੋਕਸ ਨਹੀਂ ਰਹਿ ਜਾਂਦਾ, ਬਸ ਉਹਦੀ ਗਲਤੀ 'ਤੇ ਫੋਕਸ ਰਹਿ ਜਾਂਦਾ ਆ। ਸੋ ਅਸੀਂ ਜੇ ਸਾਡੀ ਏਜੰਸੀ ਦਾ ਕੰਮ ਆ ਉਸ ਇਨਸਾਨ ਨੂੰ ਦੇਖਣਾ, ਅਪਰਾਧੀ ਦੇ ਤੌਰ 'ਤੇ ਨਹੀਂ, ਇੱਕ ਇਨਸਾਨ ਦੇ ਤੌਰ 'ਤੇ ਦੇਖਣਾ ਕਿ ਜੇ ਇਹਨੇ ਇਹ ਗਲਤੀ ਕੀਤੀ ਆ, ਇਸਨੇ ਗਲਤੀ ਕਿਉਂ ਕੀਤੀ, ਉਹਦੀ ਵਜ੍ਹਾ ਕੀ ਸੀਗੀ, ਕੀ ਅਸੀਂ ਇੰਟਰਵੈਂਸ਼ਨਸ ਇੱਥੇ ਪਾ ਸਕਦੇ ਆ ਕਿ ਉਹ ਇਹ ਦੁਬਾਰਾ ਗਲਤੀ ਨਾ ਕਰੇ। ਸੋ ਆਈ ਥਿੰਕ ਜਿਹੜੀ ਕੈਲਗਰੀ ਜੌਨ ਹਾਵਰਡ ਸੁਸਾਇਟੀ ਆ, ਇਹਦੇ ਲਈ ਬਹੁਤ ਇੰਪੋਰਟੈਂਟ ਆ ਦੇਖਣਾ ਉਹ ਇਨਸਾਨ ਨੂੰ ਬਾਹਰ ਲੈ ਕੇ ਆਉਣਾ, ਬਿਕਾਜ਼ ਜੇ ਅਸੀਂ ਉਹ ਫੋਕਸ ਕ੍ਰਾਈਮ 'ਤੇ ਕਰਦੇ ਰਹੀਏ, ਦਾ ਲੇਬਲ ਜਿਹੜਾ ਕ੍ਰਿਮੀਨਲ ਦਾ ਲੇਬਲ ਆ, ਜੇ ਉੱਤੇ ਫੋਕਸ ਕਰਦੇ ਰਹੀਏ ਤਾਂ ਕਦੀ ਵੀ ਅਸੀਂ ਜਿਹੜਾ ਹਿਊਮਨ ਆ ਉਹਨੂੰ ਅਸੀਂ ਲੱਭ ਨਹੀਂ ਸਕਦੇ ਆ। ਸੋ ਆਈ ਥਿੰਕ ਫॉर ਅਸ ਦੈਟਸ ਵਾਟ ਵੀ ਸੀ, ਐਂਡ ਅ ਲੋਟ ਆਫ ਟਾਈਮਸ ਈਵਨ ਜਿਵੇਂ ਸਮ ਆਫ ਦ ਅਦਰ ਫੈਮਿਲੀ ਮੈਂਬਰਸ ਸਪੈਸ਼ਲੀ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹ ਇਸ ਡਰ 'ਚ ਹੀ ਰਹਿੰਦੇ ਆ ਕਿ ਸਾਡੇ ਲੜਕੇ ਨੇ ਇਹ ਗਲਤੀ ਕੀਤੀ ਜਾਂ ਸਾਡੀ ਲੜਕੀ ਨੇ ਇਹ ਗਲਤੀ ਕੀਤੀ ਆ, ਹੁਣ ਅਸੀਂ ਰਿਸ਼ਤੇਦਾਰਾਂ ਦੇ ਮੋਹਰੇ ਸਾਹਮਣੇ ਨਹੀਂ ਜਾ ਸਕਦੇ ਹੈਗੇ ਆ ਬਿਕਾਜ਼ ਉਹ ਸਾਨੂੰ ਬੁਰਾ ਭਲਾ ਕਹਿੰਦੇ ਆ ਜਾਂ ਸਾਡੇ ਬਾਰੇ ਬੁਰਾ ਭਲਾ ਸੋਚਦੇ ਆ। ਜਿਹੜਾ ਉਹਨਾਂ ਨੂੰ ਫਿਰ ਸਪੋਰਟ ਵੀ ਕਈ ਵਾਰੀ ਲੋੜ ਪੈਂਦੀ ਆ, ਉਹ ਵੀ ਕਈ ਵਾਰੀ ਉਹ ਸਹੀ ਤਰ੍ਹਾਂ ਤੋਂ ਸਪੋਰਟ ਨਹੀਂ ਲੈ ਸਕਦੇ ਹੈਗੇ ਆ ਬਿਕਾਜ਼ ਉਹਨਾਂ ਨੂੰ ਇੱਦਾਂ ਲੱਗਦਾ ਵੀ ਸਾਰਿਆਂ ਨੇ ਸਾਨੂੰ ਜੱਜ ਕਰਨਾ ਆ। ਸੋ ਆਈ ਥਿੰਕ ਜੇ ਤੁਸੀਂ ਚਾਹੁੰਦੇ ਆ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਆ ਸਾਰੇ ਇਸ਼ੂਜ਼ ਐਡਰੈਸ ਕਰਨਾ, ਆਈ ਥਿੰਕ ਸਾਨੂੰ ਥੋੜ੍ਹਾ ਜਿਹਾ ਐਕਸੈਪਟੇਬਲ ਹੋਣਾ ਪੈਣਾ ਆ ਵੀ ਹਰੇਕ ਪਰਿਵਾਰ ਦੇ ਨਾਲ ਹੋ ਸਕਦਾ, ਕਿਸੇ ਵੀ ਇਨਸਾਨ ਦੇ ਨਾਲ ਹੋ ਸਕਦਾ ਆ, ਐਂਡ ਐਜ਼ ਅ ਕਮਿਊਨਿਟੀ ਅਸੀਂ ਇਕੱਠੇ ਹੋ ਕੇ ਕਿੱਦਾਂ ਇਹਨਾਂ ਨੂੰ ਐਡਰੈਸ ਕਰ ਸਕਦੇ ਹਾਂ। ਸਹੀ ਗੱਲ ਹੈ।
ਤੁਸੀਂ ਆਪ ਕਮਿਊਨਿਟੀ ਰੀਇੰਟੀਗ੍ਰੇਸ਼ਨ ਮੈਨੇਜਰ ਹੋ ਕੈਲਗਰੀ ਜੌਨ ਹਾਵਰਡ ਸੁਸਾਇਟੀ ਦੇ ਨਾਲ। ਕਿਸ ਤਰ੍ਹਾਂ ਦੇ ਕ੍ਰਾਈਮਸ ਤੋਂ ਬਾਅਦ ਤੁਸੀਂ ਇਨਟੇਕ ਲੈਂਦੇ ਹੋ? ਸਾਡਾ ਕੋਈ ਵੀ ਕ੍ਰਾਈਟੇਰੀਆ ਨਹੀਂ ਆ, ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਹੋ ਸਕਦਾ ਆ। ਅਸੀਂ ਸਾਰਿਆਂ ਦੀ ਸਪੋਰਟ ਕਰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਇਨਟੇਕ ਲੈਂਦੇ ਹਾਂ, ਅਸੀਂ ਮੇਕ ਸ਼ੋਰ ਕਰਦੇ ਹਾਂ, ਪਹਿਲਾਂ ਦੇਖਦੇ ਹਾਂ ਵੀ ਉਹਨੇ ਕਿਸ ਪ੍ਰੋਗਰਾਮ ਦੇ ਲਈ ਰੈਫਰਲ ਕੀਤਾ ਗਿਆ ਆ, ਵੀ ਜੋ ਉਹਨਾਂ ਦੀ ਹਿਸਟਰੀ ਆ ਜਾਂ ਜਿਹੜੀ ਸਪੋਰਟ ਉਹਨਾਂ ਨੂੰ ਰਿਕੁਆਇਰਡ ਹੈਗੀ ਆ, ਵੀ ਸਾਡੇ ਕੋਲ ਐਡਿਕੁਏਟ ਸਪੋਰਟਸ ਹੈਗੀਆਂ ਉਹਨੂੰ ਪ੍ਰੋਵਾਈਡ ਕਰਨ ਲਈ। ਸੋ ਅਸੀਂ ਆਪਣੀ ਅਸੈਸਮੈਂਟ ਕਰਦੇ ਹਾਂ ਦੇਖਣ ਨੂੰ। ਜੇ ਸਾਨੂੰ ਲੱਗਦਾ ਵੀ ਉਹਨਾਂ ਕੋਈ ਸਪੈਸੀਫਿਕ ਸਪੋਰਟਸ ਚਾਹੀਦੀ ਆ ਜਿਹੜੀ ਅਸੀਂ ਨਹੀਂ ਆਫਰ ਕਰ ਸਕਦੇ, ਫਿਰ ਸਾਡੇ ਕੋਲ ਬਹੁਤ ਸਾਰੇ ਕਮਿਊਨਿਟੀ ਪਾਰਟਨਰਸ ਆ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ। ਸੋ ਸਾਡੇ ਕੋਲ ਵੇਰੀਅਸ ਪ੍ਰੋਗਰਾਮ ਹੈ। ਅਸੀਂ ਯੂਥ ਦੇ ਨਾਲ ਕੰਮ ਕਰਦੇ ਹਾਂ 12 ਸਾਲ ਤੋਂ ਉੱਪਰ ਦੇ, ਐਡਲਟਸ ਦੇ ਨਾਲ ਕੰਮ ਕਰਦੇ ਹੈਗੇ ਆ। ਸਾਡੇ ਕੋਲ ਹਾਊਸਿੰਗ ਪ੍ਰੋਗਰਾਮਸ ਆ, ਆਊਟਰੀਚ ਪ੍ਰੋਗਰਾਮਸ, employment, literacy. We even have So Just, moving company, which also support ਕਰਦੀ ਆ employment. So ਜਿਹੜੇ youth ਆ ਉਹਨਾਂ ਨੂੰ ਥੋੜਾ work experience ਨੂੰ exposure ਕਰਨ ਨੂੰ, ਤਾਂ ਕਿ ਉਹ ਬਾਹਰ ਜਾ ਕੇ ਵੀ job ਕਰ ਸਕਣ। So ਅਸੀਂ ਪਰ crime ਦਾ ਸਾਡੇ ਕੋਲ ਕੋਈ criteria ਨਹੀਂ। I think a lot of our programs we work with anything that has committed like very serious offenses to minor offenses, even ਜੇ ਕੋਈ risk ਚ ਵੀ ਹੈਗਾ ਆ ਵੀ ਉਹ ਥੋੜਾ ਜਿਹਾ crime ਵੱਲ ਨੂੰ ਵੱਧ ਰਹੇ ਆ, ਅਸੀਂ ਉਹਨਾਂ ਦੀ ਵੀ help ਕਰਦੇ ਆ। ਸੋ ਜਿਵੇਂ ਤੁਸੀਂ ਕਿਹਾ ਕਿ ਤਰ੍ਹਾਂ ਦੇ ਕ੍ਰਾਈਮਸ, ਚਾਹੇ ਉਹ ਬੁਲਿੰਗ ਜਿਹੜੀ ਉਹ ਫਿਜ਼ੀਕਲ ਕਿਸੇ ਨਾਲ ਕੀਤੀ ਗਈ ਹੋਵੇ, ਇਸ ਤੋਂ ਵਗਾਮ ਵੱਧ ਜਾਓ, ਡਰੱਗਸ ਦੇ ਕੰਮ 'ਚ ਪੈ ਗਏ ਹੋਣ ਜਾਂ ਫਿਰ ਮਰਡਰਸ ਔਰ ਇਹ ਗੈਂਗਸ ਦੇ ਨਾਲ ਰਿਲੇਟਡ, ਇਹ ਜਿਹੜੇ ਤੁਹਾਡੇ ਕੋਲ ਇਨਟੇਕ ਤੁਸੀਂ ਲੈਂਦੇ ਹੋ, ਇਹ ਰੈਫਰਲ ਦੇ ਥਰੂ ਹੈ, ਕਰੈਕਸ਼ਨ ਸਰਵਿਸਿਜ਼ ਜਾਂ ਕਿਹਨਾਂ ਦੇ ਥਰੂ ਆਉਂਦੇ ਆ ਤੁਹਾਡੇ ਕੋਲ? ਹਾਂਜੀ, ਸਾਡੇ ਕੋਲ a lot of the ਜਿਹੜੇ referrals ਆਉਂਦੇ ਆ ਉਹ ਆਉਂਦੇ ਹੈਗੇ ਆ corrections ਦੇ through, because ਸਾਡੇ ਕੋਲ 2 halfway house ਹੈਗੇ ਆ, ਇੱਕ men's ਦਾ ਇੱਕ women's ਦਾ। ਅੱਛਾ। ਉਹ referrals ਆਉਂਦੇ ਆ corrections ਦੇ through। ਉਹ ਹੈਗੇ ਆ ਉਹਨਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ federal sentence ਹੋਈ ਹੁੰਦੀ ਆ 2 ਸਾਲ ਤੋਂ ਉੱਪਰ, ਤੇ ਉਹਨਾਂ ਨੂੰ ਥੋੜਾ ਜਿਹਾ more structure living ਹੁੰਦੀ ਆ। ਸੋ ਉਹਨਾਂ ਕੋਲ like 24 ਘੰਟੇ ਉੱਥੇ ਸਟਾਫ ਹੁੰਦਾ ਆ। ਅਸੀਂ ਉਹਨਾਂ ਦਾ ਰਹਿਣ ਦਾ ਜੋ ਵੀ ਉਹਨਾਂ ਦੇ basic needs ਆ ਉਹ ਮੀਟ ਕਰਨਾ, ਫਿਰ ਉਹਨਾਂ ਨੂੰ ਕੇਸ ਮੈਨੇਜਮੈਂਟ ਸਪੋਰਟ ਦੇਣੀ, ਜੋ ਵੀ ਉਹਨਾਂ ਦੇ ਗੋਲ ਆ। ਜੇ ਕਿਸੇ ਨੇ ਜੌਬ ਕਰਨੀ ਆ ਉਹਦੇ ਲਈ, ਜੇ ਕਿਸੇ ਨੂੰ ਮੈਂਟਲ ਹੈਲਥ ਸਪੋਰਟਸ ਚਾਹੀਦੀ ਆ, ਐਡਿਕਸ਼ਨ ਟ੍ਰੀਟਮੈਂਟ ਪ੍ਰੋਗਰਾਮਿੰਗ ਚਾਹੀਦੀ ਆ, ਕਮਿਊਨਿਟੀ ਲਿੰਕੇਜਸ ਚਾਹੀਦੇ ਆ, ਉਹਦੇ ਲਈ ਅਸੀਂ ਸਾਰਾ ਕੁਛ ਉਹਨਾਂ ਦੇ ਲਈ ਕੰਮ ਕਰਦੇ ਆ। ਐਂਡ ਦੈਨ ਸਾਡੇ ਕੋਲ ਬਹੁਤ ਸਾਰੇ ਆਊਟਰੀਚ ਪ੍ਰੋਗਰਾਮ ਵੀ ਆ। ਸੋ ਜਿਹੜੇ ਕਮਿਊਨਿਟੀ ਦੇ ਵਿੱਚ ਵੀ ਲੋਕ ਰਹਿੰਦੇ ਆ, ਅਸੀਂ ਕਮਿਊਨਿਟੀ ਦੇ ਵਿੱਚ ਰਹਿ ਕੇ ਵੀ ਉਹਨਾਂ ਦੀ ਮਦਦ ਕਰ ਸਕਦੇ ਆ। ਐਵਰੀਵਨ ਡਿਜ਼ਰਵਸ ਅ ਸੈਕਿੰਡ ਚਾਂਸ। ਇਹ ਕਹਿਣ ਦੇ ਵਿੱਚ ਜਿੰਨਾ ਸੌਖਾ ਲੱਗਦਾ ਹੈ ਨਾ, ਉਨਾ ਹੀ ਆਪਣੇ ਆਪ ਦੇ ਵਿੱਚ ਮੰਨਣ ਨੂੰ ਬੜਾ ਔਖਾ ਹੈ। ਇਹ ਤਾਂ ਫੈਮਿਲੀ ਮੈਂਬਰਸ ਨੂੰ ਮੰਨਣਾ ਔਖਾ ਲੱਗਦਾ, ਜਿਵੇਂ ਸਾਨੂੰ ਰਾਜਵੀਰ ਨੇ ਦੱਸਿਆ ਕਿ ਸ਼ਰਮਿੰਦਗੀ ਬਹੁਤ ਹੈ, ਸਟਿਗਮਾ ਅਟੈਚਡ ਹੈ ਕਿ ਸਾਡੇ ਘਰ ਦੇ ਕਿਸੇ ਵਿਅਕਤੀ ਨੇ, ਕੁੜੀ ਜਾਂ ਮੁੰਡੇ ਨੇ ਕੁਝ ਗਲਤ ਕਰ ਦਿੱਤਾ, ਔਰ ਉਹ ਅਪਰਾਧ ਇੱਦਾਂ ਦਾ ਹੈ ਕਿ ਜਿੱਥੇ ਸਾਨੂੰ ਸਾਰਿਆਂ ਨੇ ਜੱਜ ਕਰਨਾ, ਅਸੀਂ ਆਪਣੇ ਬਾਰੇ ਤਾਂ ਸੋਚਣ ਲੱਗ ਜਾਂਦੇ, ਪਰਿਵਾਰ ਬਾਰੇ ਸੋਚਣ ਲੱਗ ਜਾਂਦੇ, ਸਾਡੀ ਦੂਜੀ ਕੁੜੀ ਦਾ ਵਿਆਹ ਨਹੀਂ ਹੋਣਾ ਇਹ ਸੋਚਣ ਲੱਗ ਜਾਂਦੇ। ਜਿਹਦੇ ਨਾਲ ਹੋਈ ਬੀਤੀ ਆ ਜਾਂ ਜਿਹਦੇ ਕੋਲੋਂ ਗਲਤੀ ਹੋਈ ਆ, ਉਹ ਆਪਣੇ ਆਪ ਨੂੰ ਕਿਵੇਂ ਮਾਫ਼ ਕਰ ਪਾਉਂਦੇ ਹੋਣਗੇ, ਜਾਂ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਕਿਉਂਕਿ ਉਹਨਾਂ ਦੇ ਇਮੋਸ਼ਨਸ ਨਮ ਹੋ ਜਾਂਦੇ ਆ। ਇਹ ਕੈਲਗਰੀ ਜੌਨ ਹਾਵਰਡ ਸੁਸਾਇਟੀ ਜਿਹੜੀ ਹੈ, ਇਹ ਕੋਸ਼ਿਸ਼ ਕਰਦੀ ਹੈ ਇਹਨਾਂ ਵਿਅਕਤੀਆਂ ਦੀ ਮਦਦ ਕਰਨ ਵਾਸਤੇ ਤਾਂ ਕਿ ਉਹ ਰੀਕਨੈਕਟ ਕਰ ਸਕਣ। ਰਾਜਵੀਰ ਕੋਲੋਂ ਥੋੜ੍ਹਾ ਜਿਹਾ ਹੋਰ ਜਾਣਨਾ ਚਾਹਾਂਗੇ ਅਸੀਂ, ਜਿਹੜੇ ਇਹ ਜਿਸ ਤਰ੍ਹਾਂ ਕ੍ਰਾਈਮ ਦੀ ਦੁਨੀਆ ਤੋਂ ਕੋਈ ਆਏ, ਕਿ ਕੋਈ ਰਿਪੀਟ ਓਫੈਂਡਰਸ ਵੀ ਤੁਹਾਡੇ ਕੋਲ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਤੁਸੀਂ ਨੌਨ ਜਜਮੈਂਟਲ ਤਰੀਕੇ ਨਾਲ ਤੁਹਾਡਾ ਸਟਾਫ ਡੀਲ ਕਰਦਾ ਆ? always non-judgmental ਤਰੀਕੇ ਨਾਲ ਅਸੀਂ ਜੱਜ ਕਰਦੇ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਨੇ ਪਹਿਲੀ ਵਾਰੀ ਕੋਈ ਅਪਰਾਧ ਕੀਤਾ ਕਿ ਦੂਜੀ ਵਾਰੀ ਜਾਂ ਤੀਜੀ ਵਾਰੀ ਜਾਂ ਚੌਥੀ ਵਾਰੀ। ਸਾਨੂੰ ਇਹ ਦੇਖਣਾ ਜ਼ਰੂਰੀ ਆ ਵੀ ਜੇ ਕੋਈ ਇੱਕ ਤੋਂ ਵੱਧ ਵਾਰੀ ਕਰਦਾ ਹੈ ਤਾਂ ਕਿਉਂ ਕਰਦਾ ਆ, ਉਹਦੇ ਹਾਲਾਤ ਕੀ ਆ। ਜਿਹੜਾ ਸਾਡਾ ਕੰਮ ਹੈ ਉਹ ਤੋਂ ਅਸੀਂ ਰੈਕਗਨਾਈਜ਼ ਕਰਦੇ ਹਾਂ ਕਿ ਉਹ ਬੰਦੇ ਦੇ ਜਿਹੜੇ ਆਲੇ ਦੁਆਲੇ ਦੇ ਇਨਵਾਇਰਮੈਂਟ ਹੁੰਦੀ ਆ, ਉਹਦਾ ਬਹੁਤ ਕੰਟਰੀਬਿਊਟਿੰਗ ਹੁੰਦਾ ਆ ਫੈਕਟਰਸ ਦੇਖਣ ਨੂੰ ਵੀ ਉਹਨੇ ਅਪਰਾਧ ਕਰਨੇ ਆ ਕਿ ਨਹੀਂ ਕਰਦੇ ਆ। ਫੋਰ ਐਗਜ਼ਾਮਪਲ, ਜੇ ਕੋਈ ਜੇਲ੍ਹ ਤੋਂ ਬਾਹਰ ਆਉਂਦਾ ਆ ਤਾਂ ਉਹਦੇ ਕੋਲ ਘਰ ਹੈ ਨਹੀਂ ਰਹਿਣ ਨੂੰ, ਉਹਦੇ ਕੋਲ ਜੌਬ ਹੈ ਨਹੀਂ ਗੀ ਆ, ਕੋਈ ਵੀ ਫੈਮਿਲੀ ਸਪੋਰਟ ਨਹੀਂ ਹੈਗੀ ਆ। ਕਈ ਵਾਰੀ ਉਹਨਾਂ ਨਸ਼ੇ ਕਰਦੇ ਹੁੰਦੇ ਆ ਜਾਂ ਮੈਂਟਲ ਹੈਲਥ ਇਸ਼ੂਜ਼ ਹੁੰਦੇ ਆ। ਜੇ ਉਹਨਾਂ ਕੋਲ ਕੋਈ ਵੀ ਸਪੋਰਟਸ ਰਿਸੋਰਸਿਸ ਨਹੀਂ ਆ,
most of the time, like 99%, they will go back to crime cycle. So ਜਿਹੜੇ ਇੰਟਰਵੈਂਸ਼ਨਸ ਜਾਂ ਸਪੋਰਟਸ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਕਿਸੇ ਨੂੰ ਬਾਹਰ ਲੈ ਕੇ ਆਉਂਦੇ ਆ ਉਹਨੇ ਕ੍ਰਾਈਮ ਕੀਤਾ ਆ ਬਿਕਾਜ਼ ਉਹਨਾਂ ਨੂੰ ਨਸ਼ਿਆਂ ਦੀ ਆਦਤ ਸੀਗੀ ਨਸ਼ਿਆਂ ਦੀ ਆਦਤ ਦੇ ਲਈ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਸੀਗੀ ਪੈਸੇ ਲੈਣ ਦੇ ਲਈ ਉਹ ਚੋਰੀ ਕਰਦੇ ਆ ਸੋ ਸਾਰਾ ਕੁਝ ਲਿੰਕਡ ਹੁੰਦਾ ਆ ਇੱਕ ਦੂਜੇ ਦੇ ਨਾਲ ਸੋ ਜੇ ਤੁਸੀਂ ਰਾਈਟ ਸਪੋਰਟਸ ਐਂਡ ਇੰਟਰਵੈਂਸ਼ਨਸ ਉਹਨਾਂ ਨੂੰ ਪ੍ਰੈਜ਼ੈਂਟ ਕਰ ਸਕਦੇ ਆ ਜਦੋਂ ਹੀ ਉਹ ਜੇਲ੍ਹ ਤੋਂ ਬਾਹਰ ਆਉਂਦੇ ਆ ਸਮਟਾਈਮਸ ਈਵਨ ਜੇਲ੍ਹ ਦੇ ਵਿੱਚ ਸਾਡੇ ਕਈ ਪ੍ਰੋਗਰਾਮ ਇੱਦਾਂ ਦੇ ਆ ਜਿਹੜੇ ਅਸੀਂ ਜੇਲ੍ਹ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਮਿਲਦੇ ਆ ਉਹਨਾਂ ਦੀ ਹਿਸਟਰੀ ਬਾਰੇ ਪਤਾ ਕਰਦੇ ਆ ਫਿਰ ਅਸੀਂ ਡਿਸਾਈਡ ਕਰਦੇ ਆ ਇਹਨਾਂ ਕੋ ਜਦੋਂ ਉਹਨਾਂ ਨੇ ਬਾਹਰ ਆਉਣਾ ਸਪੋਰਟਸ ਹੈਗੀਆਂ ਕਿ ਨਹੀਂ ਹੈਗੀਆਂ ਜੇ ਉਹ ਨਹੀਂ ਅਵੇਲੇਬਲ ਆ ਫਿਰ ਉਹਨਾਂ ਦੀ ਅਸੀਂ ਮਦਦ ਕਰਦੇ ਆ ਘਰ ਲੱਭਣ ਲਈ ਜੌਬ ਲੱਭਣ ਦੇ ਲਈ ਜੇ ਉਹਨਾਂ ਨੇ ਐਜੂਕੇਸ਼ਨ ਲੈਣੀ ਆ ਜਾਂ ਇੰਪਲੋਇਮੈਂਟ ਲੈਣੀ ਆ ਉਹ ਕਰਨ ਲਈ ਤਾਂ ਕਿ ਜਿਹੜਾ ਆਹ ਸਾਈਕਲ ਆ ਇਹ ਟੁੱਟ ਸਕੇ ਸੋ ਉਹ ਸਪੋਰਟਸ ਐਂਡ ਇੰਟਰਵੈਂਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਪਰ it doesn't matter ਅਸੀਂ notice ਕਰਦੇ ਹਾਂ ਕਿ like even ਨਸ਼ਾ ਆ ਇਹ ਬਿਮਾਰੀ ਆ a lot of people think ਕਿ you know ਜੇ ਕੋਈ ਨਸ਼ਾ ਕਰਦਾ ਆ ਉਹ ਛੱਡ ਸਕਦਾ ਆ easy ਆ ਇਹ ਸੌਖਾ ਨਹੀਂ ਹੁੰਦਾ ਆ because ਜੇ ਕੋਈ ਨਸ਼ੇ ਦੇ ਵਿੱਚ ਪੈਂਦਾ ਵੀ ਆ ਉਹਦੇ ਵਿੱਚ ਵੀ underlying factors ਹੁੰਦੇ ਆ ਵੀ ਉਹਨੇ ਨਸ਼ਾ ਕਰਨਾ ਕਿਉਂ ਸ਼ੁਰੂ ਕੀਤਾ ਆ because maybe ਉਹ ਪਰੇਸ਼ਾਨ ਸੀਗੇ stress ਦੇ ਵਿੱਚ ਸੀਗੇ maybe ਉਹਨਾਂ ਦੇ ਨਾਲ ਕੁਝ ਬੀਤੀ ਆ ਜਿਹੜਾ ਉਹ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਨਸ਼ੇ ਵਰਤਦੇ ਆ ਸੋ ਉਹ ਸਾਰਾ ਕੁਝ ਜਿਹੜੇ ਅੰਡਰਲਾਈਂਗ ਫੈਕਟਰਸ ਹੁੰਦੇ ਆ ਵੀ ਕੋਈ ਕ੍ਰਾਈਮ ਕਮਿਟ ਕਿਉਂ ਕਰਦਾ ਆ ਉਹ ਸਭ ਨਾਲੋਂ ਜ਼ਰੂਰੀ ਆ ਸਾਨੂੰ ਦੇਖਣ ਨੂੰ ਸੋ ਜਦੋਂ ਅਸੀਂ ਅਸੈਸਮੈਂਟਸ ਕਰਦੇ ਆ ਇੰਟਰਵੈਂਸ਼ਨਸ ਕਰਦੇ ਆ ਉਹ ਅਸੀਂ ਸਾਰਾ ਕੁਝ ਡਿਸਾਈਡ ਕਰਦੇ ਆ ਵੀ ਤੁਹਾਡੀ ਫੈਮਿਲੀ ਦੇ ਹਾਲਾਤ ਕੀ ਸੀਗੇ ਤੁਹਾਡੇ ਕੋਲ ਕਿਹੜੀਆਂ ਸਪੋਰਟਸ ਅਵੇਲੇਬਲ ਸੀਗੀਆਂ ਜਾਂ ਨਹੀਂ ਸੀਗੀਆਂ ਤੇ ਕੀ ਤੁਹਾਨੂੰ ਚਾਹੀਦਾ ਆ ਕਮਿਊਨਿਟੀ ਦੇ ਵਿੱਚ ਜਿਹੜਾ ਅਸੀਂ ਪ੍ਰੈਜ਼ੈਂਟ ਕਰ ਸਕੀਏ ਉਹ ਇੰਟਰਵੈਂਸ਼ਨਸ put in place ਜਿਹੜਾ ਤੁਸੀਂ ਫਿਰ ਦੁਬਾਰਾ ਕ੍ਰਾਈਮ ਨਾ ਕਰੋ ਸੋ ਜਦੋਂ ਅਪਰਾਧ ਦੀ ਦੁਨੀਆ ਨਾਲ ਜੁੜੇ ਵਿਅਕਤੀ ਉਹਦੇ 'ਚ ਆਦਮੀ ਵੀ ਆ ਔਰਤਾਂ ਵੀ ਆ ਕੁੜੀਆਂ ਮੁੰਡੇ ਸਾਰੇ ਜਦੋਂ ਕਾਉਂਸਲਰਸ ਉਹਨਾਂ ਦੇ ਨਾਲ ਬਹਿੰਦੇ ਹੋਣਗੇ ਆਮ ਸ਼ੋਰ ਕਿ ਕਿਉਂਕਿ ਅਸੀਂ ਉਸ ਅਪਰਾਧ ਤੋਂ ਪਿੱਛੇ ਉਹਨਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਕਿ ਮੇਰੇ ਕੋਲ ਕੋਈ ਹੈ ਜਿਹੜਾ ਮੈਨੂੰ ਸੁਣਨ ਸਮਝਣ ਨੂੰ ਤਿਆਰ ਹੈਗਾ ਭਾਵੇਂ ਮੇਰੇ ਕੋਲੋਂ ਗਲਤੀ ਹੋਈ ਆ ਤੇ ਕਾਉਂਸਲਰਸ ਵੀ ਬਹੁਤ ਸਾਰੇ ਟੀਅਰਸ ਐਂਡ ਹੰਝੂ ਐਂਡ ਇਹ ਚੀਜ਼ਾਂ ਜਿਹੜੀਆਂ ਭਾਵਨਾਵਾਂ ਵਹਿੰਦੀਆਂ ਦੇਖਦੇ ਹੋਣਗੇ ਐਬਸੋਲੂਟਲੀ ਸਪੈਸ਼ਲੀ ਜਿਹੜੇ ਸਾਡੀ ਇਹ ਕਮਿਊਨਿਟੀ ਇਨ ਟਰਮਸ ਆਫ ਜਿਹੜੇ ਲੋਕ ਕ੍ਰਾਈਮ ਦੇ ਵਿੱਚ ਇਨਵੋਲਵਡ ਹੈਗੇ ਆ ਉਹ ਬਹੁਤ ਕਲੋਜ਼ਡ ਆਫ ਹੁੰਦੇ ਆ ਸਮਟਾਈਮਸ ਬਿਕਾਜ਼ ਉਹਨਾਂ ਨੇ ਕਦੀ ਵੀ ਓਪਨਲੀ ਕਿਸੇ ਨਾਲ ਗੱਲ ਨਹੀਂ ਕੀਤੀ ਹੁੰਦੀ ਆ ਆਪਣੇ ਆਪ ਨੂੰ ਸ਼ਟ ਡਾਊਨ ਕਰ ਲਿਆ ਹੁੰਦਾ ਉਹਨਾਂ ਨੇ ਐਗਜ਼ੈਕਟਲੀ ਉਹਨਾਂ ਦੇ ਲਈ ਕਿਸੇ ਨੂੰ ਟਰਸਟ ਕਰਨਾ ਵੀ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਆ ਸੋ ਆਈ ਥਿੰਕ ਸਾਡੀ ਨੰਬਰ 1 ਜੌਬ ਹੁੰਦੀ ਆ ਜਦੋਂ ਕੋਈ ਸਾਡੇ ਕੋਲੇ ਆਉਂਦਾ ਆ ਰਿਲੇਸ਼ਨਸ਼ਿਪ ਬਿਲਡ ਕਰਨਾ ਉਹਨਾਂ ਦੇ ਨਾਲ ਉਹਨਾਂ ਨੂੰ ਅੰਡਰਸਟੈਂਡ ਕਰਾਉਣਾ ਵੀ ਅਸੀਂ ਇੱਥੇ ਆ ਉਹਨਾਂ ਨੂੰ ਜੱਜ ਕਰਨ ਲਈ ਨਹੀਂ ਹੈਗੇ ਆ ਅਸੀਂ ਸਿਰਫ ਉਹਨਾਂ ਨੂੰ ਸਪੋਰਟ ਕਰਨ ਲਈ ਆ ਅਸੀਂ ਸਿਰਫ ਉਹਨਾਂ ਨੂੰ ਸੁਣਨਾ ਚਾਹੁੰਦੇ ਆ ਵੀ ਉਹਨਾਂ ਨੂੰ ਕੀ ਚਾਹੀਦਾ ਆ ਜਿਹੜਾ ਅਸੀਂ ਕੰਮ ਵੀ ਕਰਦੇ ਆ ਉਹ ਆਲਵੇਜ਼ ਕਲਾਇੰਟ ਸੈਂਟਰਡ ਹੁੰਦਾ ਆ ਸਾਡੇ ਲਈ ਬਹੁਤ ਇੰਪੋਰਟੈਂਟ ਆ ਕਿ ਅਸੀਂ ਆਪਣੇ ਆਈਡੀਆਜ਼ ਆਪਣੀ ਸੋਚ ਉਹਨਾਂ ਦੇ ਨਾ ਥੋਪੀਏ ਪਹਿਲਾਂ ਅੰਡਰਸਟੈਂਡ ਕਰੀਏ ਵੀ ਉਹਨਾਂ ਦੇ ਆਪ ਦੇ ਨੀਡਸ ਕੀ ਆ ਉਹਨਾਂ ਦੇ ਗੋਲਸ ਕੀ ਆ ਫਿਰ ਅਸੀਂ ਜੋ ਵੀ ਕੰਮ ਕਰਦੇ ਆ ਉਸ ਹਿਸਾਬ ਦੇ ਨਾਲ ਕਰਦੇ ਆ ਜਦੋਂ ਇੱਕ ਵਾਰੀ ਤੁਸੀਂ ਕਿਸੇ ਨਾਲ ਟਰਸਟ ਐਸਟੈਬਲਿਸ਼ ਕਰ ਲੈਂਦੇ ਆ ਫਿਰ ਉਹ ਆਪਦੇ ਆਪ ਹੀ ਤੁਹਾਡੇ ਨਾਲ ਸਾਰੀ ਗੱਲਬਾਤ ਕਰ ਲੈਂਦੇ ਆ ਓਪਨ ਹੋ ਜਾਂਦੇ ਆ ਫਿਰ ਉਹ ਥੋੜੇ ਬਹੁਤ ਅੰਡਰਸਟੈਂਡ ਵੀ ਕਰ ਲੈਂਦੇ ਆ ਵੀ ਇਹ ਪਰਸਨ ਮੇਰੇ ਲਈ ਸਪੋਰਟ ਕਰਦਾ ਆ and ਉਹ ਜ਼ਿਆਦਾ ਅਲਾਈਨਡ ਹੋ ਜਾਂਦੇ ਆ ਸੋ ਇਸ ਲਈ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ ਆ ਟਰਸਟ ਬਿਲਡ ਕਰਨਾ ਰਿਲੇਸ਼ਨਸ਼ਿਪ ਬਿਲਡ ਕਰਨਾ ਉਹਨਾਂ ਦੇ ਨਾਲ ਬਟ ਡੂ ਸੋ ਇਨ ਅ ਵੈਰੀ ਟਰਸਟਿੰਗ ਨਾਨ ਜਜਮੈਂਟਲ ਵੇ ਉਹ ਰੀਅਲਾਈਜ਼ ਕਰਦੇ ਆ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਮੋਸਟ ਲੋਕ ਕਰਦੇ ਆ ਆਈ ਮੀਨ ਕਈ ਵਾਰੀ ਇੱਦਾਂ ਵੀ ਹੁੰਦਾ ਆ ਕਿਸੇ ਨੇ ਕ੍ਰਾਈਮ ਕਮਿਟ ਕੀਤਾ ਆ ਬਿਕਾਜ਼ ਆਫ ਦੇਅਰ ਮੈਂਟਲ ਹੈਲਥ ਕਹਿੰਦੇ ਆ ਨਾ ਕਈ ਵਾਰੀ ਲਾਈਕ ਹੋਸ਼ ਗਵਾ ਲਏ ਐਂਡ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕੀ ਕਰ ਰਹੇ ਹੈਗੇ ਸਪੈਸ਼ਲੀ ਵਿਦ ਯੂ ਨੋ ਇੰਡੀਵਿਜੂਅਲਸ ਇਹਨਾਂ ਦੀ ਲਾਈਕ ਹਿਸਟਰੀ ਹੈਗੀ ਥਾਟ ਡਿਸਆਰਡਰਸ ਦੀ ਦੇ ਕੁਡ ਬੀ ਲਾਈਕ under hallucination, delusion ਉਹਨਾਂ ਨੂੰ ਸਮਝ ਨਹੀਂ ਹੁੰਦੀ ਆ ਵੀ ਉਹਨਾਂ ਨੇ ਕੀ ਕੰਮ ਕੀਤਾ ਹੁੰਦਾ ਕਈ ਵਾਰੀ ਬਹੁਤ ਸੀਰੀਅਸ ਅਫੈਂਸਸ ਵੀ ਕਮਿਟ ਕਰ ਦਿੰਦੇ ਆ ਉਹ ਹਾਲਾਤਾਂ ਦੇ ਵਿੱਚ but most individuals I think they do recognize what they're doing like ਗਲਤ ਆ ਆਪਣਾ ਪੈਟਰਨ ਚੇਂਜ ਕਰਨ ਨੂੰ ਤਿਆਰ ਹੁੰਦੇ ਆ ਲੋਕ ਕਰਦੇ ਆ ਤੁਸੀਂ ਤਾਂ ਨੋ ਡਾਊਟ ਸਕਸੈਸ ਸਟੋਰੀਜ਼ ਵੇਖੀਆਂ ਹੋਣਗੀਆਂ ਹੈ ਨਾ ਆਪਣੀ ਆਰਗੇਨਾਈਜੇਸ਼ਨ ਦੀਆਂ
ਯੈਸ ਐਬਸੋਲੂਟਲੀ ਅਸੀਂ ਬਹੁਤ ਜ਼ਿਆਦਾ ਸਕਸੈਸ ਸਟੋਰੀਜ਼ ਦੇਖੀਆਂ ਆ ਅਸੀਂ ਇਹ ਵੀ ਦੇਖੀਆਂ ਆ ਜਿਹੜੇ ਕਈ ਵਿਅਕਤੀ ਇੱਦਾਂ ਦੇ ਹੁੰਦੇ ਆ 20-30 ਸਾਲ ਉਹਨਾਂ ਦੇ ਬੀਤ ਜਾਂਦੇ ਆ ਕ੍ਰਾਈਮ ਦੇ ਵਿੱਚ ਹੀ ਰਹਿੰਦੇ ਆ ਪਰ ਜਦੋਂ ਫਿਰ ਉਹਨਾਂ ਨੂੰ ਰਾਈਟ ਸਪੋਰਟ ਮਿਲ ਜਾਂਦੀ ਆ ਉਹਨਾਂ ਨੂੰ ਅੰਡਰਸਟੈਂਡ ਹੋ ਜਾਂਦਾ ਆ ਵੀ ਜਿਹੜਾ ਉਹਨਾਂ ਨੇ ਕ੍ਰਾਈਮ ਕੀਤਾ ਉਹਦਾ ਇੰਪੈਕਟ ਸਮਾਜ 'ਤੇ ਕਿਵੇਂ ਪੈ ਰਿਹਾ ਆ ਹਾਰਮ ਕੀ ਪੈ ਰਿਹਾ ਆ ਲਾਈਕ ਵਨ ਆਫ ਦ ਪ੍ਰਿੰਸੀਪਲਸ ਜਿਹੜੇ ਅਸੀਂ ਬਹੁਤ ਜ਼ਰੂਰੀ ਆਪਣੇ ਕੰਮ ਦੇ ਵਿੱਚ ਰੱਖਦੇ ਆ ਉਹ ਹੁੰਦਾ ਆ ਰਿਸਟੋਰੇਟਿਵ ਜਸਟਿਸ ਠੀਕ ਹੈ ਸਾਡੇ ਲਈ ਬਹੁਤ ਜ਼ਰੂਰੀ ਆ ਰਿਸਟੋਰ ਕਰਨਾ ਸਿਰਫ ਉਹ ਵਿਅਕਤੀ ਨਹੀਂ ਪਰ ਉਹਦੇ ਆਲੇ ਦੁਆਲੇ ਦੇ ਜਿਹੜੇ ਸਮਾਜ ਵੀ ਸੋ ਇਸ ਲਈ ਅਸੀਂ ਜਦੋਂ ਇਹ ਕੰਮ ਕਰਦੇ ਆ ਅਸੀਂ ਅੰਡਰਸਟੈਂਡ ਕਰਦੇ ਆ ਵੀ ਲਾਈਕ ਅਸੀਂ ਉਹਨੂੰ ਜਿਹੜੇ ਵਿਅਕਤੀ ਨੇ ਅਪਰਾਧ ਕੀਤਾ ਸਿਰਫ ਉਹਨੂੰ ਫੋਕਸ 'ਚ ਰੱਖੀਏ ਪਰ ਉਹਨੇ ਜਿਹੜਾ ਉਹਦਾ ਅਪਰਾਧ ਦਾ ਅਸਰ ਵਿਕਟਮਸ 'ਤੇ ਪਿਆ ਆ ਸੁਸਾਇਟੀ 'ਤੇ ਪਿਆ ਆ ਕਮਿਊਨਿਟੀ 'ਤੇ ਪਿਆ ਆ ਉਹ ਵੀ ਥੋੜ੍ਹੀ ਅਵੇਅਰਨੈਸ ਉਹਦੇ ਲਈ ਲੈ ਕੇ ਆਈਏ ਵੀ ਉਹਦਾ ਕੀ ਅਸਰ ਹੋ ਸਕਦਾ ਸਾਰਿਆਂ 'ਤੇ ਅਤੇ ਉਹਨਾਂ ਨੂੰ ਰਿਸਪੋਂਸੀਬਿਲਿਟੀ ਮੰਗਣ ਰਿਸਪੋਂਸੀਬਿਲਿਟੀ ਅਕਾਊਂਟੇਬਿਲਿਟੀ ਬਹੁਤ ਜ਼ਰੂਰੀ ਆ ਜਦੋਂ ਕਿਸੇ ਨੇ ਅਪਰਾਧ ਕੀਤਾ ਹੁੰਦਾ ਆ ਸਪੋਰਟਸ ਐਂਡ ਇੰਟਰਵੈਂਸ਼ਨਸ ਉਹ ਵਿਅਕਤੀ ਲਈ ਬਹੁਤ ਜ਼ਰੂਰੀ ਆ ਪਰ ਦੈਨ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿਉਂਕਿ ਉਹਨਾਂ ਨੇ ਅਪਰਾਧ ਕੀਤਾ ਹੈ ਸਮਾਜ 'ਤੇ ਅਸਰ ਪਿਆ ਹੈ ਹੁਣ ਤੁਸੀਂ ਕਿਵੇਂ ਸਮਾਜ ਦੇ ਵਿੱਚ ਸੁਧਾਰ ਲੈ ਕੇ ਆਉਣਾ ਕੰਟਰੀਬਿਊਟ ਵੀ ਕਰ ਸਕਦੇ ਹਾਂ ਪੋਜ਼ਿਟਿਵਲੀ ਐਗਜ਼ੈਕਟਲੀ ਯੈਸ ਠੀਕ ਹੈ ਜੇਕਰ ਕੋਈ ਵਿਅਕਤੀ ਅਪਰਾਧ ਕਰ ਚੁੱਕਿਆ ਹੋਵੇ ਉਹਨੂੰ ਇੱਕ ਮੌਕਾ ਦਿੱਤਾ ਜਾਣਾ ਕੀ ਕਰਦੇ ਉਹਨੂੰ ਸਵੀਕਾਰ ਕਰਦੇ ਆ ਇਹ ਸਾਡੇ ਫੈਮਿਲੀ ਦੇ ਉੱਤੇ ਧੱਬਾ ਲਾ ਚੁੱਕਿਆ ਹੈ ਅਤੇ ਇਸ ਕਰਕੇ ਅਸੀਂ ਉਹ ਤੋਂ ਦੂਰੀ ਬਣਾਉਂਦੇ ਹਾਂ ਪਰ ਉਹਨਾਂ ਨੂੰ ਜਿਵੇਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਮੌਕੇ ਦੀ ਸ਼ਾਇਦ ਲੋੜ ਹੁੰਦੀ ਹੈ ਇੱਕ ਚਾਂਸ ਦੀ ਲੋੜ ਹੁੰਦੀ ਹੈ ਹੋ ਸਕਦਾ ਹੈ ਕਿ ਸਹੀ ਸਪੋਰਟ ਦੇ ਨਾਲ ਉਹ ਇਸ ਸੁਸਾਇਟੀ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਰੀਯੂਨਾਈਟ ਰੀਇੰਟੀਗ੍ਰੇਟ ਚੰਗੇ ਤਰੀਕੇ ਨਾਲ ਕਰ ਸਕਣ ਅਤੇ ਮੌਕਾ ਦੇਣਾ ਬੜਾ ਜ਼ਰੂਰੀ ਹੈ ਰਾਜਵੀਰ ਹੈ ਨਾ ਹਾਂਜੀ ਆਪਾਂ ਤਿਆਰ ਨਹੀਂ ਹੁੰਦੇ ਕਿਸੇ ਨੂੰ ਕਿਉਂਕਿ ਇੰਨੀ ਵੱਡੀ ਗਲਤੀ ਕਿਸੇ ਨੇ ਕਰਤੀ ਅਤੇ ਫਿਰ ਵੀ ਨੈਚੁਰਲ ਹੈ ਕਿ ਅਸੀਂ ਮੰਨਣਾ ਨਹੀਂ ਚਾਹੁੰਦੇ ਕਿ ਤੂੰ ਇੰਨੀ ਵੱਡੀ ਗਲਤੀ ਕੀਤੀ ਹੈ ਅਸੀਂ ਤਾਂ ਸਾਡੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ ਜਾਂ ਕੋਈ ਕਮੀ ਨਹੀਂ ਸੀ ਛੱਡੀ ਆਪਣੀਆਂ ਫੈਮਲੀਆਂ ਵਾਲੇ ਕਹਿ ਦਿੰਦੇ ਆ ਵੀ ਤੂੰ ਸਾਡੇ ਘਰੋਂ ਹੀ ਨਿਕਲ ਜਾ ਹਾਂਜੀ ਪਹਿਲਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਪੈਸ਼ਲੀ ਜਦੋਂ ਬਹੁਤ ਹੀ ਯੰਗ ਉਮਰ ਹੈਗੀ ਨਾ ਉਸ ਵੇਲੇ ਸਮਝ ਵੀ ਉਨੀ ਕੀ ਹੁੰਦੀ ਹੈ ਪਰ ਕੀ ਹੈ ਅਜਿਹੀ ਚੀਜ਼ ਜਿਹੜੀ ਕਿ ਇਹਨਾਂ ਨੂੰ ਵਲਨਰੇਬਲ ਬਣਾ ਰਹੀ ਆ ਕਿ ਗਲਤ ਦੁਨੀਆ ਵਾਲੇ ਪਾਸੇ ਛੇਤੀ ਨੂੰ ਉਹ ਖਿੱਚੇ ਚੱਲੇ ਜਾਂਦੇ ਆ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਗਲੈਮਰ ਵੀ ਜੁੜਿਆ ਹੋਇਆ ਜੇ ਗੈਂਗਸ ਵਾਲੀ ਦੁਨੀਆ ਦੀ ਗੱਲ ਕੀਤੀ ਜਾਵੇ ਕਿਸੇ ਦਾ ਮਾੜਾ ਕਰ ਰਹੇ ਆ ਅਤੇ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਤਾਂ ਪੈਸਾ ਬਣਦਾ ਪਿਆ ਸਾਨੂੰ ਕੀ ਹੈ ਅਸੀਂ ਥੋੜ੍ਹੀ ਕਿਸੇ ਨੂੰ ਜਾ ਕੇ ਫੜ ਕੇ ਕਹਿ ਰਹੇ ਹਾਂ ਕਿ ਨਸ਼ਾ ਕਰੋ ਜਾਂ ਹੋਰ ਵੀ ਜਿਹੜੇ ਵੀ ਕ੍ਰਾਈਮਸ ਹੈਗੇ ਆ ਕਿਸੇ ਨੂੰ ਅਸੌਲਟ ਕਰਨਾ ਮਾਰਨਾ ਕੁੱਟਣਾ ਇਹ ਕੁਛ ਚੀਜ਼ਾਂ ਜਿਹੜੀਆਂ ਆ ਮੈਂ ਇਹ ਸਮਝਣਾ ਚਾਹੁੰਦੀ ਹਾਂ ਕਿ ਕੀ ਅਜਿਹਾ ਹੁੰਦਾ ਆ ਕਿੱਥੇ ਕਮੀਆਂ ਰਹਿ ਜਾਂਦੀਆਂ ਆ ਜਿਹਦੇ ਕਰਕੇ ਉਹ ਗਲਤ ਹੋ ਜਾਂਦੇ ਆ ਪਹਿਲੀ ਵਾਰ ਦੂਜੀ ਵਾਰ 'ਚ ਹੀ ਦੀ ਗਲਤੀ ਕਰ ਬੈਠਦੇ ਆ ਕਿ ਕੰਟਰੀਬਿਊਟਿੰਗ ਫੈਕਟਰਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਸਾਡੀ ਫੈਮਲੀਜ਼ ਪੇਰੈਂਟਸ ਸਪੋਰਟ ਸਿਸਟਮ ਨੂੰ ਸਮਝ ਆਵੇ ਕ੍ਰਾਈਮ ਦੇ ਬਹੁਤ ਜ਼ਿਆਦਾ ਕੰਟਰੀਬਿਊਟਿੰਗ ਫੈਕਟਰਸ ਹੁੰਦੇ ਆ ਜੇ ਅਸੀਂ ਲਿਆ ਜਾਵੇ ਆਪਣੀ ਜਿਹੜੀ ਕਮਿਊਨਿਟੀ ਨੂੰ ਸੈਂਟਰ ਰੱਖ ਕੇ ਇਹ ਕਨਵਰਸੇਸ਼ਨਸ ਮੈਂ ਹੋਰ ਵੀ ਜਿਹੜੇ ਪੰਜਾਬੀ ਸਰਵਿੰਗ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਨਾਲ ਕਰ ਚੁੱਕੀ ਹਾਂ ਪਹਿਲਾਂ ਵੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਸਟਿਗਮਾ ਦੀ ਗੱਲ ਕਰਦੇ ਆ ਉਹ ਈਵਨ ਵਿਦਿਨ ਫੈਮਿਲੀ ਬਹੁਤ ਪ੍ਰੈਵਲੈਂਟ ਹੁੰਦਾ ਆ a lot of time ਸਾਡੀ ਫੈਮਿਲੀ ਦੇ ਵਿੱਚ ਵੀ ਡੋਮੈਸਟਿਕ ਵਾਇਲੈਂਸ ਹੁੰਦਾ ਅਬਿਊਜ਼ ਹੁੰਦਾ ਸਬਸਟੈਂਸ ਯੂਜ਼ ਹੁੰਦਾ ਆ ਅਸੀਂ ਉਹਦੀਆਂ ਗੱਲਾਂ ਨਹੀਂ ਕਰਦੇ ਆ ਪਰ ਜਿਹੜੇ ਤੁਸੀਂ ਨਿਆਣੇ ਦੇਖੋ ਉਸ ਤਰ੍ਹਾਂ ਦੀ ਇਨਵਾਇਰਮੈਂਟ ਦੇ ਵਿੱਚ ਜਾਂ ਉਸ ਤਰ੍ਹਾਂ ਦੀਆਂ ਫੈਮਲੀਆਂ ਦੇ ਵਿੱਚ ਗਰੋ ਅਪ ਹੁੰਦੇ ਆ ਜੇ ਉਹਨਾਂ ਨੂੰ ਦੇਖਿਆ ਆ ਵੀ ਯੂ ਨੋ ਦੇਰ ਇਜ਼ ਡੋਮੈਸਟਿਕ ਵਾਇਲੈਂਸ ਹੈਪਨਿੰਗ ਜਾਂ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕੰਟਰੋਲ ਆ ਜਾਂ ਯੂ ਨੋ ਤੁਹਾਡੇ ਪੇਰੈਂਟਸ ਨਸ਼ਾ ਕਰਦੇ ਆ ਜਾਂ ਉਹਨਾਂ ਦੇ ਆਪ ਦੇ ਮੈਂਟਲ ਹੈਲਥ ਇਸ਼ੂਜ਼ ਆ ਜਿਹੜੇ ਉਹਨਾਂ ਨੇ ਕਦੀ ਵੀ ਐਡਰੈਸ ਨਹੀਂ ਕੀਤੇ ਤਾਂ ਉਹਨਾਂ ਦੇ ਅਸਰ ਉਹਨਾਂ ਦੇ ਨਿਆਣਿਆਂ 'ਤੇ ਪੈ ਰਿਹਾ ਆ ਕਈ ਵਾਰੀ ਉਹ ਨਿਆਣੇ ਵੀ ਬਹੁਤ ਕਲੋਜ਼ਡ ਆਫ ਹੋ ਜਾਂਦੇ ਆ ਆਈ ਥਿੰਕ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵਾਰੀ ਕਹਿੰਦੇ ਆ ਵੀ ਲੋਕ ਕੀ ਕਹਿਣਗੇ ਸੋ ਕਈ ਵਾਰੀ ਜਿਹੜੇ ਸਾਡੇ ਨੀਡਸ ਵੀ ਹੁੰਦੇ ਆ ਨਿਆਣਿਆਂ ਦੇ ਵੀ ਉਹ ਕਈ ਵਾਰੀ ਉਹ ਸ਼ੇਅਰ ਨਹੀਂ ਕਰ ਪਾਉਂਦੇ ਬਾਹਰ ਵੀ ਬਿਕਾਜ਼ ਜੇ ਸਕੂਲ ਵਿੱਚ ਕਾਉਂਸਲਰਸ ਜਾਂ ਸਪੋਰਟਸ ਜਾਂ ਕੁਛ ਵੀ ਅਵੇਲੇਬਲ ਹੈਗਾ ਆ ਉਹਨਾਂ ਨੂੰ ਇੱਦਾਂ ਹੀ ਸਮਝਾਇਆ ਜਾਂਦਾ ਆ ਵੀ ਘਰ ਦੀ ਗੱਲ ਆ ਘਰੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਹੈਗੀ ਆ ਸੋ ਉਹ ਗਰੋ ਅਪ ਉਸੇ ਦੇ ਵਿੱਚ ਸਾਰੇ ਟਰਮੋਇਲ ਦੇ ਵਿੱਚ ਵੀ ਗਰੋ ਅਪ ਹੋ ਜਾਂਦੇ ਆ ਉਹ ਘਰ ਦੇ ਗਲਤ ਅਤੇ ਨੈਗੇਟਿਵ ਮਾਹੌਲ ਨੂੰ ਹੀ ਨੋਰਮਲ ਸਮਝਣ ਲੱਗ ਜਾਂਦੇ ਆ ਯੈਸ ਅਤੇ ਉਹਨਾਂ ਨੂੰ ਲੱਗਦਾ ਇਹ ਠੀਕ ਹੈ ਅਸੀਂ ਵੀ ਕਰ ਸਕਦੇ ਹਾਂ ਹਾਂਜੀ ਅੱਛਾ ਹਾਂਜੀ ਸੋ ਅ ਲੋਟ ਆਫ ਦੈਟ ਐਂਡ ਕਈ ਵਾਰੀ ਸਾਡੇ
ਪਰਿਵਾਰ ਦੇ ਵਿੱਚ ਵੀ ਆਈ ਥਿੰਕ ਟਾਈਮ ਨਹੀਂ ਹੁੰਦਾ ਨਿਆਣਿਆਂ ਦੇ ਨਾਲ ਬੈਠਣ ਦਾ ਜਾਂ ਗੱਲ ਕਰਨ ਦਾ ਆਈ ਥਿੰਕ ਬਹੁਤ ਜ਼ਰੂਰੀ ਆ ਕਿ ਤੁਸੀਂ ਟਾਈਮ ਕੱਢੋ ਆਪਣੇ ਨਿਆਣਿਆਂ ਦੇ ਨਾਲ ਬੈਠ ਕੇ ਗੱਲਬਾਤ ਕਰੋ ਫਿਗਰ ਆਊਟ ਵੀ ਉਹ ਕਿਹਦੇ ਨਾਲ ਟਾਈਮ ਸਪੈਂਡ ਕਰਦੇ ਆ ਉਹਨਾਂ ਦੀ ਹੌਬੀਜ਼ ਕੀ ਆ ਜੇ ਉਹ ਉਹਨਾਂ ਕੋਲ ਇਲੈਕਟ੍ਰੋਨਿਕ ਡਿਵਾਈਸਿਸ ਹੈਗੀਆਂ ਆ ਉਹ ਕਾਹਦੇ 'ਤੇ ਆਪਣਾ ਟਾਈਮ ਸਪੈਂਡ ਕਰਦੇ ਆ ਜਿਹੜਾ ਪੀਅਰ ਪ੍ਰੈਸ਼ਰ ਹੁੰਦਾ ਆ ਉਹਦਾ ਵੀ ਬਹੁਤ ਰੋਲ ਹੁੰਦਾ ਆ ਤੁਹਾਡੇ ਫਰੈਂਡਸ ਨੇ ਕਹਿਤਾ ਇਟਸ ਓਕੇ ਕੋਈ ਗੱਲ ਨਹੀਂ ਤੂੰ ਆ ਜਾ ਬਾਹਰ ਘਰੋਂ ਭੱਜ ਕੇ ਜਾਂ ਪੇਰੈਂਟਸ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਆਹ ਕੰਮ ਕਰਾਂਗੇ ਉਹ ਕੰਮ ਕਰਾਂਗੇ ਸੋ ਪੀਅਰ ਪ੍ਰੈਸ਼ਰ ਦੇ ਨਾਲ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਆ ਦੂਸਰਾ ਇਹ ਆ ਜਿਹੜਾ ਲੁਕੋ ਰੱਖਣਾ ਆਪਣੇ ਮਾਪਿਆਂ ਤੋਂ ਬਿਕਾਜ਼ ਤੁਹਾਨੂੰ ਲੱਗਦਾ ਆ ਵੀ ਉਹ ਤੁਹਾਨੂੰ ਅੰਡਰਸਟੈਂਡ ਨਹੀਂ ਕਰੋਗੇ ਜਾਂ ਤੁਹਾਨੂੰ ਸਮਝਣਗੇ ਨਹੀਂ ਸੋ ਆਈ ਥਿੰਕ ਮਾਪਿਆਂ ਦਾ ਬਹੁਤ ਰੋਲ ਹੁੰਦਾ ਆ ਉਹ ਓਪਨ ਇਨਵਾਇਰਨਮੈਂਟ ਕ੍ਰੀਏਟ ਕਰਨਾ ਆਪਣੇ ਕਿਡਸ ਦੇ ਨਾਲ ਗੱਲ ਕਰਨਾ ਵੀ ਅਸੀਂ ਸਮਝ ਸਕਦੇ ਅਸੀਂ ਤੁਹਾਨੂੰ ਜੱਜ ਨਹੀਂ ਕਰਾਂਗੇ ਜੇ ਤੁਸੀਂ ਕਿਸੇ ਗੱਲ ਦੇ ਨਾਲ ਸਟਰਗਲ ਕਰ ਰਹੇ ਆ ਜਾਂ ਤੁਹਾਨੂੰ ਕੋਈ ਸਕੂਲ ਦੇ ਵਿੱਚ ਤੰਗ ਕਰ ਰਿਹਾ ਆ ਜਾਂ ਤੁਹਾਡੇ ਕੋਈ ਫਰੈਂਡਸ ਆ ਜਿਹੜੇ ਤੁਹਾਡੇ ਤੇ ਪ੍ਰੈਸ਼ਰ ਪਾ ਰਹੇ ਆ ਆਨਲਾਈਨ ਆਨਲਾਈਨ ਰਾਈਟ ਨਾਓ ਅਸੀਂ ਬਹੁਤ ਦੇਖ ਰਹੇ ਹਾਂ ਲਾਈਕ ਦੇਅਰਸ ਐਨ ਇਨਕਰੀਜ਼ ਰਾਈਟ ਇਨ ਆਨਲਾਈਨ ਬੁਲਿੰਗ ਹਰਾਸਮੈਂਟ ਜਦੋਂ ਅਸੀਂ ਸਕੂਲ ਜਾਂਦੇ ਸੀਗੇ ਅਸੀਂ ਡਿਸਕਨੈਕਟ ਹੋ ਜਾਂਦੇ ਸੀਗੇ ਅਸੀਂ ਸਕੂਲ ਜਾਣਾ ਜੇ ਉੱਥੇ ਚਲੋ ਕੋਈ ਤੰਗ ਵੀ ਕਰਦਾ ਹੈ ਐਟਲੀਸਟ ਤੁਸੀਂ ਵਾਕ ਅਵੇ ਕਰ ਸਕਦੇ ਸੀਗੇ ਘਰੇ ਜਾ ਕੇ ਉਹ ਤੁਹਾਨੂੰ ਰੀਚ ਨਹੀਂ ਕਰ ਸਕਦੇ ਹੁਣ kids are connected 24/7 ਉਹ always like comments ਪੜ੍ਹਦੇ ਆ ਜਿਹੜਾ ਉਹਨਾਂ ਦਾ perception ਆ ਦੇਖਣ ਦਾ ਵੀ ਕੋਈ ਮੈਨੂੰ ਜੱਜ ਕਰ ਰਿਹਾ ਹੈ ਬੁਲਿੰਗ ਕਰ ਰਿਹਾ ਹੈ always ਉਹਨੂੰ ਫੇਸ ਕਰਦੇ ਆ ਉਹਨਾਂ ਕੋਲ ਡਿਸਕਨੈਕਟ ਕਰਨਾ ਹੁਣ ਥੋੜਾ ਬਹੁਤ ਔਖਾ ਆ ਸੋ for parents ਦੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਆ ਦੇਖਣਾ ਵੀ ਇਸ ਚੀਜ਼ਾਂ ਦਾ ਉਹਨਾਂ ਦੇ ਨਿਆਣਿਆਂ ਤੇ ਅਸਰ ਨਹੀਂ ਹੋ ਰਿਹਾ ਆ ਪਰ ਉਹਨਾਂ ਨੂੰ ਆਪ ਦਾ ਵੀ ਥੋੜ੍ਹਾ ਰਿਫਲੈਕਟ ਕਰਨਾ ਚਾਹੀਦਾ ਆ ਕਈ ਵਾਰੀ ਕਹਿ ਦਿੰਦੇ ਆ ਵੀ ਲਾਈਕ ਤੁਸੀਂ ਤਾਂ ਜਵਾਕ ਆ ਤੁਹਾਨੂੰ ਕੀ ਪਤਾ ਆ ਪਰ ਜੇ ਤੁਹਾਨੂੰ ਪਤਾ ਆ ਤੁਹਾਡੇ ਘਰ ਦਾ ਇਨਵਾਇਰਨਮੈਂਟ ਵਧੀਆ ਨਹੀਂ ਆ ਜੇ ਇੱਥੇ ਘਰ ਦੇ ਵਿੱਚ ਲਾਈਕ ਸ਼ਰਾਬ ਪੀਤੀ ਜਾ ਰਹੀ ਆ ਜਾਂ ਫਿਰ ਭੱਜ ਤੋੜ ਹੋ ਰਹੀ ਆ ਲੜਾਈ ਹੋ ਰਹੀ ਆ ਉਹਨਾਂ ਦਾ ਅਸਰ ਤੁਹਾਡੇ ਨਿਆਣੇ 'ਤੇ ਹੋ ਰਿਹਾ ਆ ਉਹ ਨਿਆਣਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਆ ਕਿ ਉਹ ਉਸ ਨੂੰ ਸਹਿਣ ਕਰਨ ਜਾਂ ਉਹਦੇ ਲਈ ਕੁਛ ਕਰਨ ਤੁਹਾਡੀ ਐਜ਼ ਅ ਪੇਰੈਂਟਸ ਰਿਸਪੌਂਸਿਬਿਲਿਟੀ ਹੁੰਦੀ ਆ ਵੀ ਅਸੀਂ ਕਿਸ ਤਰ੍ਹਾਂ ਦੀ ਇਨਵਾਇਰਨਮੈਂਟ ਆਪਣੇ ਘਰ ਦੇ ਵਿੱਚ ਬਣਾ ਰਹੇ ਹਾਂ ਸੋ ਸਭ ਨਾਲੋਂ ਜ਼ਰੂਰੀ ਤਾਂ ਉਹ ਹੁੰਦਾ ਤੁਸੀਂ ਆਪਦੇ ਘਰ ਦੇਖੋ ਵੀ ਤੁਹਾਡੇ ਘਰ ਦਾ ਮਾਹੌਲ ਕੀ ਆ ਇਹ ਨਿਆਣਿਆਂ ਲਈ ਹੈਲਥੀ ਹੈ ਕਿ ਨਹੀਂ ਫਿਰ ਤੁਸੀਂ ਦੇਖੋ ਆਊਟਸਾਈਡ ਵੀ ਉਹ ਕਿੱਦਾਂ ਦੇ ਫਰੈਂਡਸ ਆ ਉਹਨਾਂ ਦੇ ਉਹ ਆਊਟਸਾਈਡ ਕਮਿਊਨਿਟੀ ਦੇ ਵਿੱਚ ਕੀ ਕਰ ਰਹੇ ਆ ਕੀ ਨਹੀਂ ਫਿਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹਨਾਂ ਕੋਲ ਕੋਈ ਪੋਜ਼ੀਟਿਵ ਐਕਸਪੀਰੀਅੰਸਿਸ ਰੈਕਰੀਏਸ਼ਨਲ ਐਕਟੀਵਿਟੀ ਸਾਰਾ ਕੁਛ ਹੈਗਾ ਆ ਕਰਨ ਲਈ ਕਿ ਨਹੀਂ ਕਿ ਉਹ ਘਰੇ ਬੈਠੇ ਰਹਿੰਦੇ ਆ ਆਪਣੇ devices ਤੇ so connecting them to community resources ਇੱਥੇ a lot of like organization ਹੈਗੀਆਂ ਆ ਜਿਹੜੀਆਂ youth focused programming ਕਰਦੀਆਂ ਆ recreational programming ਕਰਦੀਆਂ ਆ making sure like ਤੁਸੀਂ ਆਪਣੇ ਨਿਆਣਿਆਂ ਨੂੰ ਉਹਨਾਂ ਨੂੰ connect ਕਰਦੇ ਆ especially ਜਿਹੜੇ ਆਪਣੇ boys ਆ that mentorship that connection to other peers ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਦੇ ਲਈ even for girls having like really positive role models somebody to look up to and give them a voice like ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਦੇ ਲਈ ਵੀ so ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਿੰਗਸ ਦੇ ਵਿੱਚ ਕਨੈਕਟ ਕਰਨਾ for our youth it's really important ਜੀ ਹੁਣ ਨਾਲ ਸਾਰਿਆਂ ਨੂੰ ਯੂਥ ਦੇ ਨਾਲ ਐਡਲਟਸ ਦੀ ਵੀ ਗੱਲ ਕਰੀਏ ਜਿਹੜੇ ਕਿ ਅਪਰਾਧੀ ਹੋ ਜਾਂਦੇ ਨੇ ਇੱਕ ਇਹ ਕਿ ਈਜ਼ੀ ਮਨੀ ਛੇਤੀ ਪੈਸਾ ਬਣ ਜੇ ਉਹਦੇ ਨਾਲ ਸਾਡਾ ਸਟੇਟਸ ਬਹੁਤ ਹਾਈ ਹੋ ਜਾਂਦਾ ਕਿਸੇ ਨੂੰ ਥੋੜ੍ਹੀ ਪਤਾ ਚੱਲਦਾ ਅਸੀਂ ਗਲਤ ਕੰਮਾਂ ਦੇ ਨਾਲ ਪੈਸਾ ਬਣਾਇਆ ਆ ਉਹ ਤਾਂ ਚਲੋ ਕਵਰ ਅਪ ਲਈ ਕੁਛ ਹੋਰ ਕੰਮ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਾਹਰ ਆ ਕੇ ਜਦੋਂ ਸੁਸਾਇਟੀਆਂ ਦੇ ਨਾਲ ਕੰਮ ਕਰਦੇ ਉਹਨਾਂ ਨੂੰ ਸਪੋਰਟ ਵੀ ਦਿੱਤੀ ਜਾਂਦੀ ਆ ਪਰ ਫਿਰ ਵੀ ਉਹ ਕਿਤੇ ਮੰਨਣ ਨੂੰ ਤਿਆਰ ਨਹੀਂ ਕੀ ਉਹ ਇੰਨੇ ਕੁ ਯੂਜ਼ ਟੂ ਹੋ ਗਏ ਹੁੰਦੇ ਆ ਕਿ ਉਹ ਕੰਮ ਛੱਡਣ ਨੂੰ ਹੀ ਤਿਆਰ ਨਹੀਂ ਆ ਕਿ ਸਾਨੂੰ ਪਤਾ ਅੱਛਾ ਇਹ ਕਾਉਂਸਲਰ ਨੇ 2 ਗੱਲਾਂ ਬੋਲਣੀਆਂ ਇਸ ਤੋਂ ਬਾਅਦ ਅਸੀਂ ਜਾ ਕੇ ਫਿਰ ਉਹੀ ਕੰਮ ਸ਼ੁਰੂ ਕਰ ਦੇਣੇ ਆ ਕਈ ਵਾਰੀ ਇਹ ਹੁੰਦਾ ਆ ਵੀ ਉਹਨਾਂ ਦੀ ਜਿਹੜੀ ਨੀਡ ਹੁੰਦੀ ਆ ਉਹ ਸਟਿਲ ਉੱਥੇ ਹੁੰਦੀ ਆ ਸੋ ਆਈ ਥਿੰਕ ਜੇ ਪੈਸੇ ਦੀ ਗੱਲ ਕਰੀਏ ਮੇਬੀ ਉਹਨਾਂ ਦਾ ਰਾਈਟ ਟਾਈਪ ਰਿਸੋਰਸਿਸ ਨਹੀਂ ਹੈਗੇ ਆ ਜਾਂ ਰਾਈਟ ਫੈਮਿਲੀ ਸਪੋਰਟ ਨਹੀਂ ਹੈਗੀ ਆ ਉਹਨਾਂ ਦੇ ਲਈ ਇਨਫ ਆਊਟਸਾਈਡ ਇੰਟਰਵੈਂਸ਼ਨਸ ਨਹੀਂ ਹੈਗੇ ਜਿਹੜਾ ਉਹਨਾਂ ਨੂੰ ਸਟਿਲ ਪੁੱਲ ਕਰ ਰਹੇ ਆ ਕਈ ਵਾਰੀ ਉਹਨਾਂ ਦਾ ਜਿਹੜਾ ਲਾਈਕ ਸਪੋਰਟ ਹੁੰਦੀ ਆ ਸਿਰਫ ਉਹੀ ਹੁੰਦੀ ਆ ਜਿਨ੍ਹਾਂ ਦੇ ਨਾਲ ਉਹਨਾਂ ਨੇ ਅਪਰਾਧ ਕੀਤੇ ਹੁੰਦੇ ਆ ਸੋ ਜੇ ਕਈ ਵਾਰੀ ਤੁਸੀਂ ਲਾਈਕ ਗੱਲ ਕਰੀਏ ਗੈਂਗ ਇਨਵੋਲਵਡ ਇੰਡੀਵਿਜੂਅਲਸ ਦੀ ਰਾਈਟ ਕਈ ਵਾਰੀ ਆਪਣੀ ਫੈਮਿਲੀ ਤੋਂ ਇੰਨੇ ਟੁੱਟ ਚੁੱਕੇ ਹੁੰਦੇ ਆ ਵੀ ਜਿਹੜਾ ਉਹਨਾਂ ਦੀ ਸਿਰਫ ਸਪੋਰਟ ਕਰਦਾ ਹੁੰਦਾ ਉਹੀ ਹੁੰਦਾ ਜਿਹੜੇ ਅਦਰ ਮੈਂਬਰਸ ਹੁੰਦੇ ਆ ਰਾਈਟ ਸੋ ਆਈ ਥਿੰਕ ਉਹ ਕਨੈਕਸ਼ਨ ਕ੍ਰੀਏਟ ਕਰਨਾ ਐਂਡ ਦੈਨ ਈਵਨ ਉਹਨਾਂ ਦੇ ਨਾਲ ਬਹਿ ਕੇ ਗੱਲ ਕਰਨਾ
ਆ ਮੇਬੀ ਸਮਟਾਈਮਸ ਉਹ ਇਨਸਾਈਟ ਜਿਹੜੀ ਹੁੰਦੀ ਆ ਉਹ ਲੈਕਿੰਗ ਹੁੰਦੀ ਆ ਈਵਨ ਉਹ ਐਕਸਕਿਊਜ਼ ਕਰਦੇ ਆ ਚੱਲ ਅਸੀਂ ਨਸ਼ਾ ਹੀ ਵੇਚਦੇ ਆ ਕਿਸੇ ਦਾ ਨਸ਼ਾ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਨਸ਼ਾ ਪ੍ਰੋਵਾਈਡ ਕੀਤਾ ਜੇ ਕਰਦਾ ਕੋਈ ਨਹੀਂ ਕਰਦਾ ਉਹਨਾਂ ਦੀ ਪ੍ਰੋਬਲਮ ਆ ਪਰ ਆਈ ਡੋਨਟ ਥਿੰਕ ਉਹ ਰੈਕਗਨਾਈਜ਼ ਕਰਦੇ ਆ ਵੀ ਸਮਾਜੀ ਤੌਰ 'ਤੇ ਇਸ ਤੱਕ ਸਾਰਿਆਂ 'ਤੇ ਕੀ ਅਸਰ ਕਰਦੇ ਆ ਸੋ ਜਿਹੜਾ ਅਸੀਂ ਬਹੁਤ ਵਾਰੀ ਕੰਮ ਕਰਦੇ ਹਾਂ ਅਸੀਂ ਉਹਨਾਂ ਨੂੰ ਬਿਠਾ ਕੇ ਫਿਰ ਉਸ ਐਕਸਪਲੇਨ ਕਰਦੇ ਹਾਂ ਵੀ ਇਹਦੀ ਜਿਹੜੀ ਐਕਚੁਅਲ ਕਾਸਟ ਆ ਸਮਾਜ ਨੂੰ ਕਿਸੇ ਇੰਡੀਵਿਜੂਅਲ 'ਤੇ ਕਿਸੇ ਫੈਮਿਲੀ 'ਤੇ ਉਹਦਾ ਕੀ ਅਸਰ ਹੁੰਦਾ ਆ ਬਿਕਾਜ਼ ਜੇ ਕੋਈ ਨਸ਼ਾ ਕਰਦਾ ਇੰਡੀਵਿਜੂਅਲ ਸਿਰਫ ਉੱਤੇ ਹੀ ਨਹੀਂ ਅਸਰ ਹੁੰਦਾ ਉਹਦੀ ਫੈਮਿਲੀ 'ਤੇ ਵੀ ਅਸਰ ਹੁੰਦਾ ਆ ਉਹਦੇ ਸਮਾਜ 'ਤੇ ਵੀ ਅਸਰ ਹੁੰਦਾ ਆ ਜਿਹੜੀ ਬਾਕੀ ਕਮਿਊਨਿਟੀ ਆ ਸਾਰਿਆਂ 'ਤੇ ਅਸਰ ਉਹਦਾ ਪੈਂਦਾ ਆ ਸੋ there's not just that one victim there's other people that are involved in that as well so ਇਹ ਸਮਝਾਣਾ but I think like right interventions ਸਭ ਨਾਲੋਂ ਜ਼ਿਆਦਾ ਜ਼ਰੂਰੀ ਉਹ ਹੈ and then ਸਾਡਾ concept even in our programming natural supports ਠੀਕ ਹੈ ਬਹੁਤ ਜ਼ਰੂਰੀ ਆ ਤੇ ਉਹਨਾਂ ਨੂੰ ਵੀ ਸਮਝਾਉਂਦੇ ਹੋਵੋਗੇ ਯੈਸ ਉਹਨਾਂ ਨੂੰ ਵੀ ਸਮਝਾਉਂਦੇ ਆ ਬਿਕਾਜ਼ ਤੁਸੀਂ ਸਿਰਫ ਜਦੋਂ ਕਿਸੇ ਨੂੰ ਕ੍ਰਾਈਮ ਤੋਂ ਬਾਹਰ ਕੱਢਣਾ ਆ ਤੁਸੀਂ ਸਿਰਫ ਉਸ ਵਿਅਕਤੀ ਦੇ ਨਾਲ ਨਹੀਂ ਪਰ ਤੁਹਾਨੂੰ ਮੇਕ ਸ਼ੋਰ ਕਰਨਾ ਪੈਣਾ ਜਿਹੜੀ ਉਹਨਾਂ ਦੇ ਨਾਲ ਦੀ ਇਨਵਾਇਰਨਮੈਂਟ ਆ ਉਹ ਵੀ ਸਹੀ ਆ ਉਹ ਅੰਡਰਸਟੈਂਡ ਕਰਦੇ ਆ ਕਿ ਨਹੀਂ ਕਰਦੇ ਆ ਸੋ ਜਿੱਦਾਂ ਫੋਰ ਐਗਜ਼ਾਮਪਲ ਕੋਈ ਯੂਥ ਆ ਕ੍ਰਾਈਮ ਦੇ ਵੱਲ ਤੁਰਿਆ ਆ ਪਰ ਉਹਨਾਂ ਦੇ ਪੇਰੈਂਟਸ ਕੋਲ ਕੋਈ ਰਿਸੋਰਸਿਸ ਨਹੀਂ ਆ ਕੋਈ ਸਪੋਰਟ ਨਹੀਂ ਆ ਇਹ ਸਮਝਣ ਨੂੰ ਵੀ ਅਸੀਂ ਕੀ ਕਰ ਸਕਦੇ ਆ ਸਾਡਾ ਕੀ ਰੋਲ ਆ ਇਹਦੇ ਵਿੱਚ ਸਾਨੂੰ ਕਿਵੇਂ ਸਪੋਰਟ ਕਰਨੀ ਚਾਹੀਦੀ ਆ ਉਹ ਫਿਰ ਇਨਸਾਨ ਇਕੱਲੇ ਦਾ ਇਕੱਲਾ ਹੀ ਰਹਿ ਜਾਂਦਾ ਆ ਸੋ ਐਕਸਟਰਨਲ ਸਪੋਰਟਸ ਦੇ ਨਾਲੋਂ ਜਿਹੜੇ ਨੈਚੁਰਲ ਸਪੋਰਟਸ ਆ ਉਹਨਾਂ ਦੇ ਫੈਮਿਲੀ ਆ ਫਰੈਂਡਸ ਆ ਉਹਨਾਂ ਦੇ ਨਾਲ ਵੀ ਵਰਕ ਕਰਨਾ ਬਹੁਤ ਜ਼ਰੂਰੀ ਆ ਠੀਕ ਹੈ ਅਪਰਾਧਕ ਤੌਰ ਦੇ ਉੱਤੇ ਕੋਈ ਵਿਅਕਤੀ ਸ਼ਾਮਲ ਹੋਇਆ ਹੋਵੇ ਔਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਹਾਲ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਨੂੰ ਰੀਹੈਬ ਦੀ ਜ਼ਰੂਰਤ ਹੁੰਦੀ ਹੈ ਉਹ ਜ਼ਿੰਦਗੀ ਜਿਹੜੀ ਉਹਨਾਂ ਦੀ ਮੁੜ ਸੁਰਜੀਤ ਹੋਏਗੀ ਇੱਕ ਨਵੇਂ ਮੁਕਾਮ ਤੋਂ ਮੰਜ਼ਿਲ ਜਿਹੜੀ ਹੈ ਉਹ ਫੇਰ ਤੋਂ ਮਿੱਥੀ ਜਾ ਸਕਦੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ ਐਮ ਆਈ ਰਾਈਟ ਹਾਂਜੀ ਐਬਸੋਲੂਟਲੀ ਇਹੀ ਵੀ ਹੁਣ ਆਪਣੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸੀਏ ਕਿ ਤੁਹਾਡੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਸਾਡੇ ਲਿਸਨਰ MJ ਨੇ ਪੁੱਛਿਆ ਕਿ ਕਿਵੇਂ ਇਨਵੋਲਵ ਹੋਇਆ ਜਾ ਸਕਦਾ ਸੁਸਾਇਟੀ ਦੇ ਨਾਲ ਜੇ ਤੁਸੀਂ ਦੱਸਣਾ ਚਾਹੋ ਹਾਂਜੀ ਜੇ ਤੁਸੀਂ ਸਾਡੇ ਨਾਲ ਇਨਵੋਲਵਡ ਹੋਣਾ ਚਾਹੋ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਆ 403-266-4566 ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ info@cjhs.ca ਇਨਵੋਲਵ ਹੋਣ ਲਈ ਸਾਡੇ ਕੋਲ ਤੁਸੀਂ ਇੰਪਲੋਇਮੈਂਟ ਦੇ ਤੌਰ ਤੇ ਇਨਵੋਲਵਡ ਹੋ ਸਕਦੇ ਆ ਅਸੀਂ ਆਲਵੇਜ਼ ਵਾਲੰਟੀਅਰਸ ਓਪਰਚੁਨਿਟੀਜ਼ ਪ੍ਰੈਜ਼ੈਂਟ ਕਰਦੇ ਆ ਵੇਰੀਅਸ ਪ੍ਰੋਗਰਾਮਸ ਦੇ ਨਾਲ ਤੁਸੀਂ ਐਜ਼ ਅ ਵਾਲੰਟੀਅਰ ਇਨਵੋਲਵ ਹੋ ਸਕਦੇ ਆ we're also a charitable organization so ਜੇ ਤੁਸੀਂ ਚਾਹੋ ਤਾਂ ਸਾਨੂੰ ਡੋਨੇਟ ਵੀ ਕਰ ਸਕਦੇ ਆ ਇਹ ਵੀ ਸਮਝਾਉਣਾ ਜ਼ਰੂਰੀ ਹੈ ਕਿ ਆਪਣੀ ਹੈਲਦੀ ਸੁਸਾਇਟੀ ਵਾਸਤੇ ਹਰ ਇੱਕ ਦੀ ਕੰਟਰੀਬਿਊਸ਼ਨ ਜ਼ਰੂਰੀ ਹੈ ਈਵਨ ਦੋ ਓਕੇ ਪਾਸਟ ਦੇ ਵਿੱਚ ਜੋ ਹੋਇਆ ਉਸ ਤੋਂ ਸਿੱਖਿਆ ਜਾ ਸਕਦਾ ਹੈ ਔਰ ਯੂ ਕੈਨ ਲੀਡ ਯੋਰ ਹੈਲਦੀ ਲਾਈਫ ਹੈਲਦੀ ਸੁਸਾਇਟੀ ਦੇ ਵਿੱਚ ਰਹਿੰਦਿਆਂ ਹੈਲਦੀ ਹੋਮ ਹਾਊਸ ਹੋਲਡ ਦੇ ਵਿੱਚ ਰਹਿੰਦਿਆਂ ਹੋਇਆ ਹਾਂਜੀ ਇਨਵੋਲਵਮੈਂਟ ਸਾਰਿਆਂ ਦੀ ਜ਼ਰੂਰੀ ਹੈਗੀ ਆ ਬਿਕਾਜ਼ ਲਾਈਕ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਜੇ ਤੁਸੀਂ ਸਿਰਫ ਪ੍ਰੋਫੈਸ਼ਨਲ ਸਪੋਰਟਸ 'ਤੇ ਰਿਲਾਈ ਕਰਦੇ ਹੈਗੇ ਆ ਉਹ ਕਈ ਵਾਰੀ ਇਨਫ ਨਹੀਂ ਹੁੰਦਾ ਆ ਜੇ ਐਜ਼ ਅ ਕਮਿਊਨਿਟੀ ਅਸੀਂ ਸਾਰਾ ਚੇਂਜ ਚਾਹੁੰਦੇ ਆ ਸਾਨੂੰ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਆ ਸਭ ਨਾਲੋਂ ਮੋਸਟ ਇੰਪੋਰਟੈਂਟ ਆ ਆਪਣੇ ਆਪ ਨੂੰ ਐਜੂਕੇਟ ਕਰਨਾ ਅੰਡਰਸਟੈਂਡ ਕਰਨਾ ਵੀ ਜੇ ਕੋਈ ਗਲਤੀਆਂ ਕਰਦਾ ਵੀ ਆ ਜੇ ਕੋਈ ਇਸ ਕੰਮ ਦੇ ਵਿੱਚ ਇਨਵੋਲਵਡ ਹੈਗਾ ਆ ਕਿਉਂ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਤਰੀਕੇ ਦੀ ਹੈਲਪ ਦੀ ਲੋੜ ਹੈਗੀ ਆ ਉਹ ਸਾਰਾ ਕੁਝ ਸਮਝਣਾ ਬਹੁਤ ਜ਼ਰੂਰੀ ਆ a lot of the work that we do also ਇਨਵੋਲਵ ਹੁੰਦਾ ਹੈ ਜਿਹੜਾ ਕਮਿਊਨਿਟੀ ਨੂੰ ਐਜੂਕੇਟ ਕਰਨਾ ਕ੍ਰਿਮੀਨਲ ਜਸਟਿਸ ਸਿਸਟਮ ਬਾਰੇ ਇੱਕ ਅਸੀਂ ਗਰੁੱਪ ਇਹ ਵੀ ਰਨ ਕਰਦੇ ਆ ਕੇਅਰਿੰਗ ਫॉर ਫੈਮਲੀਜ਼ ਉਹ ਹੁੰਦਾ ਆ ਜਿਹੜੇ ਪਰਿਵਾਰ ਹੁੰਦੇ ਆ ਜਿਨ੍ਹਾਂ ਦਾ ਕੋਈ ਫੈਮਿਲੀ ਮੈਂਬਰ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਇਨਵੋਲਵਡ ਹੋਇਆ ਆ ਕਈ ਵਾਰੀ ਉਹ ਲਾਸਟ ਹੁੰਦੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਆ ਵੀ ਲਾਈਕ ਯੂ ਨੋ ਕੋਰਟ ਅਪੀਅਰੈਂਸ ਦਾ ਕੀ ਮਤਲਬ ਹੁੰਦਾ ਆ ਬੇਲ ਦਾ ਕੀ ਮਤਲਬ ਹੁੰਦਾ ਆ ਪ੍ਰੋਵਿੰਸ਼ੀਅਲ ਸੈਂਟੈਂਸ ਕੀ ਹੁੰਦੀ ਆ ਫੈਡਰਲ ਸੈਂਟੈਂਸ ਕੀ ਹੁੰਦੀ ਆ ਪ੍ਰੋਬੇਸ਼ਨ ਉਹਨਾਂ ਨੂੰ ਕੁਝ ਸਮਝ ਨਹੀਂ ਹੁੰਦੀ ਆ ਸੋ ਉਹਦੇ ਬਾਰੇ ਐਜੂਕੇਟ ਅਸੀਂ ਕਰਦੇ ਆ ਉਹ ਸਪੋਰਟ ਗਰੁੱਪ ਵੀ ਹੁੰਦਾ ਆ ਜਿਹਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਆ ਸਕਦੇ ਆ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ similar needs ਵਾਲੇ ਇੰਡੀਵਿਜੂਅਲਸ ਆ ਉਹਨਾਂ ਨੂੰ ਤੁਸੀਂ ਮਿਲ ਸਕਦੇ ਆ ਵੀ ਯੂ ਨੋ ਸਾਡੇ ਫੈਮਿਲੀ ਦੇ ਵਿੱਚ ਵੀ ਕਿਸੇ ਨੂੰ ਇਨਵੋਲਵਮੈਂਟ ਸੀਗਾ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਤੁਸੀਂ ਅੰਡਰਸਟੈਂਡ ਕਰੋਗੇ ਵੀ ਅਸੀਂ ਸਾਡੇ 'ਤੇ ਕੀ ਬੀਤ ਰਹੀ ਆ ਹੁਣ ਸੋ ਐਜੂਕੇਟ ਕਰਨਾ ਸਪੋਰਟ ਕਰਨਾ
interventions ਦੇ ਵਿੱਚ ਵੀ even like as a non-profit a lot of the times ਅਸੀਂ minimum funding ਦੇ ਨਾਲ ਕੰਮ ਕਰਦੇ ਹੁੰਦੇ ਆ because ਸਾਡੇ always like ਅਸੀਂ rely ਕਰਦੇ government funding ਦੇ ਨਾਲ private funding ਦੇ ਨਾਲ so ਸਾਡੇ ਜਿਹੜੇ programming ਹੁੰਦੀ ਆ a lot of times is dependent on the funding so other ways you can get involved is ਜੇ ਕੋਈ ਇੱਦਾਂ ਦੀਆਂ ਸੰਸਥਾਵਾਂ ਹੈਗੀਆਂ ਆ ਜਿਹੜਾ ਇਹ ਕੰਮ ਕਰ ਰਹੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕੋਈ fundraising ਅਸੀਂ ਕਰ ਸਕਦੇ ਆ donation ਕਰ ਸਕਦੇ ਆ ਤਾਂ ਕਿ ਇੱਦਾਂ ਦੇ ਪ੍ਰੋਗਰਾਮ ਚੱਲਦੇ ਰਹਿਣ ਓਕੇ ਸੋ ਡੋਨੇਸ਼ਨਸ ਵੀ ਐਕਸੈਪਟ ਕਰਦੇ ਹੋ ਤੁਸੀਂ ਐਬਸੋਲੂਟਲੀ ਔਰ ਨੋ ਡਾਊਟ ਫੰਡਿੰਗ ਦੇ ਨਾਲ ਨਾਲ ਫੰਡ ਰੇਜ਼ਿੰਗ ਦੀ ਲੋੜ ਹੁੰਦੀ ਹੈ ਨਾਨ ਪ੍ਰੋਫਿਟਸ ਨੂੰ ਆਈ ਟੋਟਲੀ ਅੰਡਰਸਟੈਂਡ ਦੈਟ ਫਾਈਨਲੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਫਾਈਨਲੀ ਇਹੀ ਕਹਿਣਾ ਚਾਹਾਂਗੀ ਜਦੋਂ ਮੈਂ ਕੈਲਗਰੀ ਜੌਨ ਹਾਵਰਡ ਸੁਸਾਇਟੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਗਾ one of the reasons ਮੈਂ ਇਹ ਸੰਸਥਾ ਨਾਲ ਇੰਨੀ ਦੇਰ ਤੋਂ ਜੁੜੀ ਹੋਈ ਹਾਂ ਪੰਜਾਬੀ ਹੋਣ ਦੇ ਨਾਲ ਸਿੱਖ ਹੋਣ ਦੇ ਨਾਲ ਜਿਹੜੀਆਂ ਮੇਰੀਆਂ ਪਰਸਨਲ ਵੈਲਿਊਜ਼ ਆ ਉਹ ਸੁਸਾਇਟੀ ਦੇ ਵੈਲਿਊਜ਼ ਦੇ ਨਾਲ ਬਹੁਤ ਜ਼ਿਆਦਾ ਅਲਾਈਨ ਹੈਗੀਆਂ ਆ ਜਦੋਂ ਅਸੀਂ ਕਿਸੇ ਨੂੰ ਗੱਲ ਕਰਦੇ ਆ ਰਿਸਪੈਕਟ dignity, inclusion, fairness, equality. ਇਹ ਸਾਰੀਆਂ values ਸਿੱਖੀ ਦੇ ਵਿੱਚ ਵੀ teach ਕਰਦੇ ਹੈਗੇ ਆ I think ਸਾਰਿਆਂ ਦੇ ਨਾਲ ਸਾਰਿਆਂ ਨੂੰ equal ਤਰੀਕੇ ਨਾਲ ਦੇਖਣਾ even at work ਗੁਰਦੁਆਰਾ ਸਾਹਿਬ ਵੀ ਜਦੋਂ ਤੁਸੀਂ ਜਾਂਦੇ ਆ a lot of times ਤੁਸੀਂ ਸਿੱਖ history ਬਾਰੇ ਸੋਚਦੇ ਆ forgiveness ਜਿਹੜਾ concept ਆ ਉਹ ਬਹੁਤ ਜ਼ਿਆਦਾ ਵੱਡਾ ਆ ਸਿੱਖੀ ਦੇ ਵਿੱਚ and I think this organization ਉਹ ਬਹੁਤ aligned ਆ ਉਸ ਦੇ ਨਾਲ ਵੀ ਜੇ ਕੋਈ ਗਲਤੀ ਕਰਦਾ ਵੀ ਆ ਉਹ ਗਲਤੀ ਨਾ ਦੇਖੋ ਉਸ ਇਨਸਾਨ ਨੂੰ ਦੇਖੋ ਕਿ ਤੁਸੀਂ ਉਸ ਇਨਸਾਨ ਦੀ ਕੀ ਮਦਦ ਕਰ ਸਕਦੇ ਆ ਹਰੇਕ ਨੂੰ ਦੂਸਰਾ ਮੌਕਾ ਦੇਣਾ ਚਾਹੀਦਾ ਆ so I think as a Sikh person I'm very proud to work with the Calgary John Howard Society because ਜਿਹੜੀਆਂ ਮੇਰੀਆਂ values ਆ ਜੋ ਮੈਂ learn ਕੀਤਾ growing up ਉਹ ਸਾਰਾ ਕੁਛ ਕੰਮ ਮੈਂ ਹੁਣ ਕਰ ਰਹੀ ਹਾਂ so I feel like I'm giving back to the community and giving back to the society so I'm really proud of what I do right ਸਾਨੂੰ ਰਾਜਵੀਰ ਹੁਣਾਂ ਨੇ ਜਿਵੇਂ ਦੱਸਿਆ ਹੈ ਕਿ ਜੇਕਰ ਕੰਟੈਕਟ ਕਰਨਾ ਹੋਵੇ ਨੰਬਰ ਦੱਸਿਆ 4032664566 and Calgary John Howard Society ਨੂੰ self referral ਵੀ ਕੀਤੀ ਜਾ ਸਕਦੀ ਹੈ so I wish you the very best thank you Rajveer to you and to your team thank you so much